8:45 ਤੇ ਖਤਮ ਕਰ ਦੇਣੀ ਕਦਰ। ਠੀਕ ਹੈ ਜੀ। ਅੱਧਾ ਘੰਟਾ ਬਹੁਤ ਹੈ ਜੀ, ਥੋੜਾ ਕਿਤੇ ਅੱਧਾ ਘੰਟਾ। ਅੱਜ ਆਪਾਂ 472 ਅੰਗ ਦੇ ਉੱਤੇ ਆਸਾ ਦੀ ਵਾਰ ਜਿਹੜੀ ਲੈ ਰਹੇ ਹਾਂ ਉਹਦੀ 18ਵੀਂ ਪੌੜੀ ਲੈ ਰਹੇ ਹਾਂ, ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਇਹ ਪਹਿਲਾਂ ਮਹਾਰਾਜ ਨੇ ਇਸ ਤੋਂ ਪਹਿਲੀ ਪੌੜੀ ਸੀਗੀ ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਅਪਵਿੱਤਰ ਕਹਿੰਦੇ ਸੀਗੇ ਬਈ ਜਿਹੜਾ ਹੈਗਾ 2 ਐਗਜ਼ਾਮਪਲ ਦਿੱਤੇ ਸੀਗੇ ਮਹਾਰਾਜ ਨੇ। ਇੱਕ ਔਰਤ ਦਾ ਐਗਜ਼ਾਮਪਲ ਦਿੱਤਾ ਸੀਗਾ, ਇੱਕ ਜਿਹੜਾ ਹੈਗਾ ਪਿੱਤਰਾਂ ਨੂੰ ਜਿਹੜੀ ਹੈਗੀ ਆ ਇਹ ਕਹਿੰਦੇ ਸੀਗੇ ਵੀ ਜਿਹੜਾ ਹੈਗਾ ਕੋਈ ਵੀ ਚੀਜ਼ ਜਿਹੜੀ ਹੈ ਦਾਨ ਪੁੰਨ ਜਿਹੜਾ ਹੈਗਾ ਪਿੱਤਰਾਂ ਨੂੰ ਚਲੇ ਜਾਂਦਾ ਹੈ, ਉਹ ਵੀ ਮਹਾਰਾਜ ਨੇ ਕਲੀਅਰ ਕੀਤਾ। ਭਾਈ ਇੱਥੇ ਹੀ ਜਿਹੜਾ ਹੈਗਾ ਦਾਨ ਪੁੰਨ ਜੋ ਕਰਨਾ ਹੈ ਇੱਥੇ ਹੀ ਜਿਹੜੀ ਹੈਗੀ ਦੁਨੀਆ ਦੇ ਵਿੱਚ ਆਪਣੇ ਦਸਾਂ ਨੌਂ ਦੀ ਕਿਰਤ ਕਰਕੇ ਜੋ ਦਾਨ ਪੁੰਨ ਕਰੋਗੇ ਉਹਦਾ ਹੀ ਫਾਇਦਾ ਮਿਲਣਾ ਹੈ। ਅਤੇ ਅਪਵਿੱਤਰ ਮਨ ਹੁੰਦਾ ਹੈ, ਮਨ ਕਰਕੇ ਮਨ ਦੀ ਮੈਲ ਲਾਉਣੀ ਆਪਾਂ ਨੇ। ਔਰ ਇਸ ਤੋਂ ਅੱਗੇ ਹੁਣ ਜਿਹੜੀ ਹੈ ਅਗਲੀ ਪੌੜੀ, ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਸੂਤਕ ਦੇ ਬਾਰੇ ਆਪਾਂ ਨੂੰ ਗਿਆਨ ਦੇ ਰਹੇ ਆ। ਇਹ ਸਾਰੇ ਭਰਮ ਜਿਹੜੇ ਹੈਗੇ ਦੇਖੋ ਆਪਣੇ ਧਰਮ ਦੇ ਵਿੱਚ ਜਿਹੜੇ ਹੈਗੇ ਆ ਇਹ ਭਰਮਾਂ ਨੂੰ ਕੋਈ ਜਗ੍ਹਾ ਨਹੀਂ ਹੈਗੀ। ਸ਼ਲੋਕ ਮਹੱਲਾ ਪਹਿਲਾ ਅੰਗ 472 472 ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ। ਕਹਿੰਦੇ ਜੇ ਕਹੀਏ ਆਪਾਂ ਬਈ ਸੂਤਕ ਹੈਗਾ, ਸੂਤਕ ਜਿਹੜਾ ਹੈਗਾ ਬਈ ਆਹ ਚੀਜ਼ ਅਪਵਿੱਤਰ ਹੈਗੀ, ਆਹ ਸੂਤਕ ਹੈਗਾ, ਕਹਿੰਦੇ ਫਿਰ ਤਾਂ ਜਿਹੜਾ ਹੈਗਾ ਕੋਈ ਚੀਜ਼ ਬਚਦੀ ਨਹੀਂ ਹੈ ਜਿੱਥੇ ਸੂਤਕ ਨਾ ਹੋਏ। ਕੋਈ ਵੀ ਚੀਜ਼ ਐਸੀ ਨਹੀਂ ਬਚਦੀ ਜਿਹੜੀ ਹੈਗੀ ਜਿਸ ਜਗ੍ਹਾ 'ਤੇ ਸੂਤਕ ਨਾ ਹੋਏ, ਜਿਸ ਜਗ੍ਹਾ 'ਤੇ ਮਾਈਕਰੋ ਆਰਗੇਨਿਜ਼ਮਸ ਨਾ ਹੋਣ। ਕੋਈ ਐਸੀ ਜਗ੍ਹਾ ਨਹੀਂ ਹੈਗੀ, ਹਰ ਜਗ੍ਹਾ 'ਤੇ ਸੂਤਕ ਹੈਗਾ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਕਹਿੰਦੇ ਜਿਹੜੇ ਤੁਪਾਥੀਆਂ ਜਿਹੜੀਆਂ ਹੈਗੀਆਂ ਅਤੇ ਜਿਹੜਾ ਗੋਹੇ ਨਾਲ ਲਿਪਦਾ ਆ ਅਤੇ ਜਿਹੜੀ ਲੱਕੜੀ ਬਾਲਦਾ ਆ, ਭਾਵੇਂ ਬਾਹਰੋਂ ਧੋ ਲੈਣਾ ਹੈ ਉਹਦੇ ਅੰਦਰ ਵੀ ਕੀੜੇ ਹੁੰਦੇ ਆ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਜਿੰਨੇ ਵੀ ਅੰਨ ਦੇ ਦਾਣੇ ਆ ਸਾਰਿਆਂ ਦੇ ਵਿੱਚ ਜੀ ਹੁੰਦਾ ਹੈ, ਕਿਉਂਕਿ ਤਾਂ ਹੀ ਤਾਂ ਜਿਹੜਾ ਹੈਗਾ ਦਾਣਾ ਬੀਜੋ ਅਤੇ ਉਹ ਜਿਹੜਾ ਵੱਧਦਾ ਹੈ, ਦਰਖਤ ਬਣ ਜਾਂਦਾ ਹੈ। ਜੇ ਜਾਨ ਨਾ ਹੋਏ ਤਾਂ ਉਹ ਦਰਖਤ ਕਿਵੇਂ ਬਣੇ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਕਹਿੰਦੇ ਸਭ ਤੋਂ ਪਹਿਲੀ ਚੀਜ਼ ਤਾਂ ਪਾਣੀ ਹੈਗਾ ਭਾਈ। ਪਾਣੀ ਖੁਦ ਜਿਹੜਾ ਹੈਗਾ ਲਾਈਵ ਹੈਗਾ। ਪਾਣੀ ਡੈਡ ਨਹੀਂ ਹੈਗਾ, ਪਾਣੀ ਲਾਈਵ ਹੈ, ਜਿਉ ਹੈ। ਪਾਣੀ ਦੇ ਵਿੱਚ ਜਿਉ ਹੈਗਾ ਜਿਹੜਾ ਕਿ ਸਾਰਿਆਂ ਨੂੰ ਹਰੇਕ ਚੀਜ਼ ਨੂੰ ਜਿਹੜਾ ਹਰੀ ਭਰੀ ਕਰ ਦਿੰਦਾ। ਸੂਤਕ ਕਿਉਂ ਕਰ ਰੱਖੀਏ, ਸੂਤਕ ਪਵੈ ਰਸੋਏ। ਕਹਿੰਦੇ ਸੂਤਕ ਤੋਂ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹ ਸੂਤਕ ਨੂੰ ਪਾਸੇ ਕਰ ਸਕਦਾ ਹੈ ਭਾਈ। ਸੂਤਕ ਤਾਂ ਤੇਰੀ ਜਿਹੜੀ ਰਸੋਈ ਦੇ ਵਿੱਚ ਜਿਹੜਾ ਤੂੰ ਜੋ ਖਾਣਾ ਬਣਾ ਰਿਹਾ ਹੈ ਹਰ ਚੀਜ਼ ਦੇ ਵਿੱਚ ਸੂਤਕ ਹੈਗਾ। ਤੇ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ। ਕਹਿੰਦੇ ਐਵੇਂ ਤਾਂ ਸੂਤਕ ਉਤਰਦਾ ਨਹੀਂ ਹੈ ਪਿਆਰਿਆ। ਇਸ ਤਰੀਕੇ ਦੇ ਨਾਲ ਜਿਵੇਂ ਜਿਹੜੇ ਹੈਗੇ ਇਹ ਬ੍ਰਾਹਮਣ ਜਿਹੜੇ ਹੈਗੇ ਇਹ ਸਾਰਾ ਜਿਹੜਾ ਹੈਗਾ ਇਹ ਦੱਸਦੇ ਆ ਬਈ ਰਸੋਈ ਕਾਰਾਂ ਕੱਢਦੇ ਆ ਔਰ ਜਿਹੜੇ ਹੈਗੇ ਆ ਲੱਕੜੀ ਵੀ ਧੋ ਕੇ ਜਲਾਉਂਦੇ ਆ ਅਤੇ ਲਿਪਦੇ ਪੋਤਦੇ ਆ, ਕਿਸੇ ਨੂੰ ਆਉਣ ਨਹੀਂ ਦਿੰਦੇ, ਕਿਸੇ ਨੂੰ ਛੂਹਣ ਨਹੀਂ ਦਿੰਦੇ। ਕਹਿੰਦੇ ਐਵੇਂ ਤਾਂ ਨਹੀਂ ਹੈ ਭਾਈ। ਗਿਆਨ ਲੈ ਤੇ ਤੈਨੂੰ ਪਤਾ ਲੱਗੂਗਾ। ਸੂਤਕ ਤਾਂ ਤੇਰੇ ਮਨ ਨੂੰ ਲੱਗਿਆ ਹੋਇਆ ਹੈ। ਤੇਰਾ ਮਨ ਜਿਹੜਾ ਹੈਗਾ ਉਹ ਅਪਵਿੱਤਰ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਫਿਰ ਉਹ ਅਗਿਆਨ, ਭਰਮ, ਅਵਿਦਿਆ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਸਾਨੂੰ ਸਮਝਾ ਰਹੇ ਨੇ। ਦੇਖੋ ਇੱਕ ਸੂਤਕ ਦੀ ਗੱਲ ਕੀਤੀ ਗਈ ਹੈ, ਪਹਿਲਾਂ ਵੀ ਵਿਚਾਰ ਚੱਲੀ ਸੀ। ਕਹਿੰਦੇ ਸਾਰਾ ਹੀ ਸੂਤਕ ਹੈ। ਤੂੰ ਕਿਸੇ ਚੀਜ਼ ਨੂੰ ਤੂੰ ਕੈਟਾਗਰੀ ਨਹੀਂ ਕਰ ਸਕਦਾ ਕਿ ਇਹ ਖਰਾਬ ਹੈ ਤੇ ਇਹ ਚੰਗੀ ਆ। ਉਹ ਕਹਿੰਦੇ ਸਾਰਿਆਂ 'ਚ ਹੀ ਹੈ ਉਹ ਚੀਜ਼। ਠੀਕ ਹੈ। ਸੋ ਇਹ ਸਾਨੂੰ ਦੇਖੋ ਬੜੀ ਉੱਚੀ ਸੋਚ ਦੇ ਨਾਲ ਸਮਝਾਇਆ ਉਹਨਾਂ ਨੇ। ਕਿਉਂ ਸਮਝਾਇਆ? ਉਹਦਾ ਕਾਰਨ ਇਹ ਹੁੰਦਾ ਹੈ ਕਿ ਇਹ ਜਿਹੜੇ ਸੂਤਕ ਦੇ ਵਹਿਮ ਪਾਉਂਦੇ ਨੇ। ਉੱਪਰ ਵੇਖੋ ਕੱਲ ਵੀ ਕਿਹਾ ਸੀ ਕਿ ਜਿਹੜਾ ਦਾਨ ਪੁੰਨ ਕਰਨਾ ਹੈ ਉਹ ਦਾਨ ਦਿੱਤਾ ਤੁਹਾਡੇ ਬਜ਼ੁਰਗਾਂ ਨੂੰ ਜਾਊਗਾ। ਫਿਰ ਉਹ ਕਹਿੰਦੇ ਨੇ ਜੇ ਤੇਰਾ ਦਿੱਤਾ ਦਾਨ ਜਾ ਸਕਦਾ ਤਾਂ ਫਿਰ ਤੇਰਾ ਕੀਤਾ ਪਾਪ ਵੀ ਤੇਰੇ ਬਜ਼ੁਰਗਾਂ ਨੂੰ ਜਾਊਗਾ। ਦੇਖੋ ਕਿੱਡੀ ਵਧੀਆ ਗੱਲ ਕੀਤੀ ਕਿ ਤੁਸੀਂ ਐਵੇਂ ਲੋਕਾਂ ਨੂੰ ਬੇਵਕੂਫ ਨਾ ਬਣਾਓ
ਇਹ ਲੋਕ ਪਤਾ ਕੌਣ ਨੇ ਜਿਹੜੇ ਬੁੱਧੀ ਮੰਡਲ 'ਚ ਗਏ, ਗ੍ਰੰਥਾਂ ਦਾ ਅਧਿਐਨ ਕੀਤਾ, ਸਿੱਖਿਆ ਪ੍ਰਾਪਤ ਕੀਤੀ, ਫਿਰ ਇਹ ਕੀ ਹੁੰਦੇ ਨੇ, ਇਹ ਲੋਕ ਯੋਗ ਭ੍ਰਿਸ਼ਟ ਹੋ ਜਾਂਦੇ ਨੇ। ਠੀਕ ਹੈ ਨਿੱਜਰ ਸਾਹਿਬ? ਹਾਂਜੀ ਵੀਰ ਜੀ। ਯੋਗ ਭ੍ਰਿਸ਼ਟ ਦਾ ਮਤਲਬ ਹੁੰਦਾ ਹੈ ਕਿ ਇਹ ਬੰਦੇ ਆਤਮਾ ਤੱਤ 'ਚ ਨਹੀਂ ਪਹੁੰਚੇ, ਕੇਵਲ ਵਿਦਿਆ ਪ੍ਰਾਪਤ ਕਰ ਲਈ, ਅਪਰਾ ਵਿਦਿਆ ਦੇ ਨਾਲ, ਜਦੋਂ ਤੁਸੀਂ ਹਾਂ ਵਿਦਿਆ ਦੇ ਨਾਲ ਹੀ ਭ੍ਰਿਸ਼ਟ ਗਏ। ਹਾਂ, ਉਹ ਪੜ ਗੱਡੇ ਲੱਦੀਏ। ਬਿਲਕੁਲ। ਸਵੇਰੇ ਚੀਮਾ ਸਾਹਿਬ ਵੀ ਮੈਨੂੰ ਕਹਿੰਦੇ ਸੀ ਕਿ ਮੇਰੇ ਸਰੀਰ 'ਚ ਇੱਕ ਕਸ਼ਟ ਹੈਗਾ ਤੇ ਉਹ ਦੂਰ ਕਿਉਂ ਨਹੀਂ ਹੁੰਦਿਆ। ਮੈਂ ਚੀਮਾ ਸਾਹਿਬ, ਇੱਕ ਹੁੰਦਾ ਸਾਧ ਰੋਗ, ਇੱਕ ਹੁੰਦਾ ਅਸਾਧ ਰੋਗ। ਜਿਹੜਾ ਅਸਾਧ ਰੋਗ ਹੈ ਨਾ, ਉਹ ਤੁਹਾਡੇ ਸਰੀਰ ਦੇ ਨਾਲ ਹੀ ਰਹਿਣਾ, ਉਹਨੇ ਨਸ਼ਟ ਨਹੀਂ ਹੋਣਾ। ਹੁਣ ਜਿਨ੍ਹਾਂ ਨੂੰ ਵੇਖਿਆ ਨਾ ਪੋਲੀਆ ਪਾਲੀਆ ਹੋ ਜਾਂਦਾ ਹੈ, ਜਿਨ੍ਹਾਂ ਦੀ ਅੱਖ ਨਹੀਂ ਹੈਗੀ ਜਾਂ ਕਿਸੇ ਦਾ ਸਰੀਰ ਦਾ ਅੰਗ ਵੱਢਿਆ ਹੈ ਬਚਪਨ ਤੋਂ, ਇਹ ਅਸਾਧ ਰੋਗ ਹੁੰਦੇ ਨੇ। ਇਹਦਾ ਇਲਾਜ ਨਹੀਂ ਹੈਗਾ। ਕਿਉਂ ਨਹੀਂ ਇਲਾਜ ਹੈਗਾ? ਕਿਉਂਕਿ ਉਹ ਗਰਭ ਮੰਡਲ ਦੇ ਵਿੱਚ ਜਿੱਦਾਂ ਦੀ ਜੂਨੀ ਅਵੇਲੇਬਲ ਸੀ, ਇਹ ਬੰਦੇ ਦੀ ਜਿਹੜੀ ਕੁਆਲਿਟੀ ਆ ਉਸ ਲੈਵਲ ਦੀ ਹੈ। ਉਹ ਗਰਭ ਮੰਡਲ ਮਿਲ ਜਾਂਦਾ ਹੈ। ਤੁਸੀਂ ਪਲੀਜ਼ ਅੰਡਰਸਟੈਂਡ ਕਰੋ, ਜਿੱਦਾਂ ਤੁਹਾਡੇ ਬੁੱਝ 5000 ਰੁਪਈਆ ਹੈ, ਤੁਸੀਂ ਆਈਫੋਨ ਕਿੱਥੋਂ ਖਰੀਦ ਲੋਗੇ 13? ਜੋ ਤੁਹਾਡੇ ਕੋਲ ਹੈਗਾ, ਜੋ ਤੁਹਾਡੇ ਗੁਣ ਹੈਗੇ ਨੇ, ਉਸੇ ਹੀ ਕਿਸਮ ਦਾ ਤੁਹਾਨੂੰ ਜਨਮ ਮਿਲਣਾ ਹੈ। ਇਹ ਸੱਚ ਹੈ। ਤੁਸੀਂ ਵੇਖੋ, ਇੰਨੇ ਪੜ੍ਹੇ ਲਿਖੇ ਲੋਕ ਹੋਣਗੇ, ਉਹ ਜ਼ਿਆਦਾ ਸੰਪत्ति ਨਹੀਂ ਇਕੱਠੀ ਕਰ ਸਕਦੇ। ਕਈ ਅਨਪੜ੍ਹ ਜਿਹੇ ਬੰਦੇ ਹੁੰਦੇ, ਕਹਿੰਦੇ ਲੱਲੂ ਕਰੇ ਕਬੱਲੀਆਂ ਤੇ ਰੱਬ ਸਿੱਧੀਆਂ ਪਾਵੇ। ਉਹ ਜਿਹੜੇ ਕੰਮ ਨੂੰ ਹੱਥ ਪਾਉਂਦਾ, ਉਹ ਮਿੱਟੀ ਸੋਨਾ ਹੋ ਜਾਂਦੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਉਹਦੇ ਪਿੱਛੇ ਪੁੰਨ ਹੈਗੇ ਆ, ਕੁਛ ਉਹਨੇ ਏਦਾਂ ਦਾ ਕਰਮ ਕੀਤਾ ਹੈ। ਬਾਣੀ ਕੱਲ ਕਹਿ ਰਹੀ ਸੀ ਨਾ ਕਿ ਪੁੰਨ ਕੀਤੇ ਆ, ਮਿਹਨਤ ਕਰਕੇ ਜੇ ਤੂੰ ਪੁੰਨ ਦਾਨ ਦੂਣ ਕੀਤਾ ਹੈ ਤੇ ਉਹ ਫਲੀਭੂਤ ਹੋਊਗਾ। ਪਰ ਬ੍ਰਹਮ ਗਿਆਨੀ ਕਰਦਾ ਤੇ ਪੁੰਨ ਹੀ ਆ, ਪਰ ਉਹ ਕਰਤਾ ਭਾਵ ਤੋਂ ਪਿੱਛੇ ਹੋ ਕੇ ਕਰਦਾ। ਬ੍ਰਹਮ ਗਿਆਨੀ ਦੀ ਕਿਉਂ ਇੰਨੀ ਉਚਾਈ ਦੀ ਗੱਲ ਕੀਤੀ ਹੈ? ਕਿਉਂ ਕਹਿੰਦੇ ਨੇ ਸੰਗਤ ਕਰੋ ਬ੍ਰਹਮ ਗਿਆਨੀਆਂ ਦੀ? ਬਾਣੀ 'ਚ ਕਿਉਂ ਬਾਰ-ਬਾਰ ਕਹਿ ਰਹੇ ਨੇ? ਉਹ ਇਸ ਕਰਕੇ ਕਿ ਉਹ ਕਹਿੰਦੇ ਨੇ ਕਿ ਉਹ ਜਿਹੜਾ ਮਨੁੱਖ ਆ, ਉਹ ਬ੍ਰਹਮ ਦੇ ਵਿੱਚ ਖਲੋਤਾ ਵਾ, ਹੁਣ ਉੱਥੋਂ ਬੋਲ ਰਿਹਾ ਵਾ, ਬੁੱਧੀ ਮੰਡਲ 'ਚ ਨਹੀਂ ਬੈਠਾ। ਜਿਹੜਾ ਬੰਦਾ ਬੁੱਧੀ ਮੰਡਲ 'ਚ ਬੈਠਾ, ਉਹ ਤੇ ਕੇਵਲ ਬੁੱਧੀ ਦੀ ਉਹ ਗਲਾਰੀਆਂ ਤਿੱਖੀਆਂ ਕੀਤੀਆਂ ਨੇ। ਤੇ ਜਿਹੜਾ ਬ੍ਰਹਮ ਗਿਆਨੀ ਆ, ਉਹਨੇ ਕੀ ਕੀਤਾ ਕਿ ਆਪਣੀ ਬੁੱਧੀ ਨੂੰ ਵਿਵੇਕ 'ਚ ਬਦਲ ਲਿਆ। ਵਿਵੇਕ ਬੁੱਧੀ ਬਾਣੀ 'ਚ ਵੀ ਕਿਹਾ, ਦੀਜੀਏ ਬੁੱਧ ਵਿਵੇਕਾ। ਜਦ ਤੱਕ ਤੁਹਾਨੂੰ ਵਿਵੇਕ ਬੁੱਧੀ ਨਹੀਂ ਮਿਲਦੀ, ਤਦ ਤੱਕ ਤੁਸੀਂ ਇਸ ਭਾਵ ਸਾਗਰ ਤੋਂ ਅੱਗੇ ਨਹੀਂ ਲੰਘ ਸਕਦੇ, ਭਾਵੇਂ ਜੋ ਮਰਜ਼ੀ ਕਰ ਲਓ। ਗਿਆਨ ਤੋਂ ਬਿਨਾਂ ਤੁਸੀਂ ਸੇਵਾ ਨਹੀਂ ਕਰ ਸਕਦੇ। ਹਾਂ, ਇਸੇ ਨੂੰ ਜਿਹੜਾ ਹੈਗਾ ਉਹ ਕਹਿੰਦੇ ਆ ਵੀ ਇਹਦੀ ਜਿਹੜੀ ਹੈਗੀ ਆ ਅੰਦਰ ਦੀ ਅੱਖ ਜਿਹੜੀ ਹੈਗੀ, ਆਹੀ ਆ ਅੱਖ ਅੰਦਰ ਦੀ। ਵਿਵੇਕ ਬੁੱਧੀ ਨੂੰ ਹੀ ਅੱਖ ਕਿਹਾ ਆ ਭਾਈ, ਤੀਸਰਾ ਨੇਤਰ ਇਹੀ ਹੈਗਾ। ਹਾਂ, ਵਿਵੇਕ ਬੁੱਧੀ ਦਾ ਗਿਆਨ। ਹੁਣ ਵਿਵੇਕ ਬੁੱਧੀ ਦਾ ਗਿਆਨ ਦਾ ਮਤਲਬ ਪਤਾ ਕੀ ਹੁੰਦਾ ਹੈ? ਬ੍ਰਹਮ ਗਿਆਨੀ ਕੀ ਕਹਿਣਾ ਚਾਹੁੰਦਾ ਹੈ? ਉਹ ਕਹਿਣਾ ਚਾਹੁੰਦਾ ਹੈ ਕਿ ਦੇਖੋ ਬੱਚਿਓ, ਜਿਸ ਤਰ੍ਹਾਂ ਪੈਨਸਲ ਨੂੰ ਹਰ ਦਿਨ ਤਿੱਖਾ ਕਰਨ ਦੀ ਲੋੜ ਪੈਂਦੀ ਹੈ, ਜਿੱਦਾਂ ਵੇਖੋ ਨਾ ਪੈਨਸਲ ਉਹ ਮੋਟੀ ਨਹੀਂ ਹੋ ਜਾਂਦੀ, ਤੇ ਲਿਖਣ ਦੀ ਕੋਸ਼ਿਸ਼ ਕਰੀਏ ਹੌਲੀ ਹੌਲੀ ਉਹਦਾ ਜਿਹੜਾ ਸਿੱਕਾ ਹੈ ਉਹ ਅੰਦਰ ਚਲ ਜਾਂਦਾ ਹੈ, ਫਿਰ ਲੱਕੜ ਜਿਹੀ ਰਹਿ ਜਾਂਦੀ ਹੈ, ਉਹ ਲਿਖ ਨਹੀਂ ਸਕਦੇ। ਉਹ ਕਹਿੰਦੇ ਭਗਤੀ ਕਰੋ, ਭਗਤੀ ਕਰੀ ਜਾਓ, ਨਾਮ ਅਭਿਆਸ ਕਰੋ, ਧਿਆਨ ਤੇ ਸਿਮਰਨ, ਧਿਆਨ ਇਕਾਗਰ ਕਰੋ। ਜਿਵੇਂ ਧਿਆਨ ਇਕਾਗਰ ਹੁੰਦਾ ਗਿਆ, ਜਿੱਦਾਂ ਪੈਨਸਲ ਨੂੰ ਤਿੱਖਾ ਕਰ ਲਈਦਾ ਨਾ, ਉਸੇ ਹੀ ਤਰ੍ਹਾਂ ਤੁਹਾਡੀ ਬੁੱਧੀ ਨੇ ਤਿੱਖਾ ਹੋ ਜਾਣਾ ਹੈ। ਨਿੱਜਾ ਸਾਹਿਬ ਬਿਲਕੁਲ ਸਹੀ ਗੱਲ ਆ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ ਆ ਬਈ। ਆਪਾਂ ਜਿਹੜੇ ਅਗਲਾ ਬੰਦਾ ਕਿੱਥੋਂ ਬੋਲਦਾ ਆ, ਉਹਦਾ ਐਂਡ ਦੇ ਵਿੱਚ ਆਪਾਂ ਪਹੁੰਚ ਜਾਂਦੇ ਆ। ਉਹਦੀ ਇੱਕ ਬੋਲ ਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਬੰਦਾ ਕੀ ਚਾਹੁੰਦਾ ਹੈ, ਕਿਹੜੇ ਸਟੇਸ਼ਨ ਤੋਂ ਬੋਲਦਾ ਹੈ। ਔਰ ਤੁਹਾਡੇ ਬੋਲ ਐਵੇਂ ਹਵਾ 'ਚ ਤੀਰ ਨਹੀਂ ਜਾਣਗੇ, ਅਗਲੇ ਦੇ ਦਿਲ 'ਚ ਵੱਜਣਗੇ। ਬਿਲਕੁਲ। ਉਸ ਤੋਂ ਬਾਅਦ ਬਾਣੀ ਕਹਿੰਦੀ ਨਿਤ ਜਪੀਏ ਸਾਸ ਗਰਾਸ ਨਾਮ ਪਰਵਰਦਿਗਾਰ ਦਾ। ਹਾਂਜੀ। ਕਿਉਂ? ਉਹ ਕਹਿੰਦੇ ਕਿ ਹਰ ਦਿਨ ਪੈਨਸਲ ਨੂੰ ਘੜ, ਕਿਉਂਕਿ ਮੋਟੀ ਨਾ ਕਰ ਲਈ। ਤੇ ਘੜਨੀ ਜਿਹਦੇ ਨਾਲ ਆ? ਵਿਵੇਕ ਬੁੱਧੀ ਦੇ ਨਾਲ। ਜਦੋਂ ਬੁੱਧੀ ਨੂੰ ਘੜੇਗਾ, ਤਿੱਖੀ ਕਰੀ ਜਾਏਗਾ, ਧਿਆਨ ਜਿਵੇਂ ਤੁਹਾਡਾ ਇਕਾਗਰ ਹੋ ਗਿਆ ਨਾ, ਇਹ ਸੰਸਾਰ ਦਾ ਰੂਪ ਪ੍ਰਗਟ ਹੋ ਜਾਣਾ ਤੁਹਾਡੇ ਸਾਹਮਣੇ। ਇਹ ਸੰਸਾਰ ਦਾ ਅਸਲੀ ਰੂਪ ਦੀ ਮੈਂ ਗੱਲ ਕਰਦਾ ਹਾਂ। ਇਹ ਜਿਹੜਾ ਦਿਖਦਾ ਇਹ ਤੇ ਨਹੀਂ, ਇਹ ਤੇ ਪ੍ਰਗਟ ਹੀ ਆ। ਇਹਦਾ ਅਸਲੀ ਰੂਪ ਉਹ ਤੁਹਾਨੂੰ ਪ੍ਰਗਟ ਹੋ ਜਾਏਗਾ। ਠੀਕ ਹੈ ਨਿਜਾ ਸਾਹਿਬ, ਆਪ ਬੋਲੀਏ, ਸੂਤਕ ਤੇ ਅੱਗੇ ਕੁਛ ਬੋਲੀਏ। ਹਾਂ, ਮਹਾਰਾਜ ਕਹਿੰਦੇ ਆ ਵੀ ਗਿਆਨ ਚਾਹੀਦਾ ਹੈ, ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੇ ਤੋਏ। ਕਹਿੰਦੇ ਪਹਿਲਾਂ ਤਾਂ ਤੈਨੂੰ ਸੂਤਕ ਦਾ ਹੀ ਨਹੀਂ ਪਤਾ ਭਾਈ, ਪਹਿਲਾਂ ਤਾਂ ਸੂਤਕ ਦਾ ਪਤਾ ਲੈ, ਫਿਰ ਗਿਆਨ ਦੇ ਨਾਲ ਜਿਹੜਾ ਹੈਗਾ ਬਈ ਕਿਸ ਤਰੀਕੇ ਦੇ ਨਾਲ ਇਹ ਸੂਤਕ ਦੂਰ ਕਰਨਾ ਹੈ, ਉਹ ਗਿਆਨ ਲੈ, ਫਿਰ ਜਿਹੜਾ ਹੈਗਾ ਉਹਨੂੰ ਗਿਆਨ ਨੂੰ ਇੰਪਲੀਮੈਂਟ ਕਰ ਔਰ ਸੂਤਕ ਨੂੰ ਲਾ ਦੇ। ਬਸ ਹੁਣ ਅੱਗੇ ਜਿਹੜਾ ਹੈਗਾ ਮਹਾਰਾਜ ਅਗਲਾ ਸ਼ਲੋਕ ਆ ਗਿਆ। ਹੁਣ ਸੂਤਕ ਦੱਸ ਰਹੇ ਆ ਮਹਾਰਾਜ। ਮਹਲਾ ਪਹਿਲਾ, ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ।
ਕਹਿੰਦੇ ਆ ਸੂਤਕ ਦੇਖ ਪਿਆਰਿਆ, ਹੁਣ ਦੇਖ ਧਿਆਨ ਨਾਲ ਸੁਣ ਲੈ ਗੱਲ। ਤੇਰੇ ਮਨ ਨੂੰ ਸੂਤਕ ਲੱਗਿਆ ਹੋਇਆ। ਮਨ ਤੇਰਾ ਜਿਹੜਾ ਹੈਗਾ, ਮਨ ਅਪਵਿੱਤਰ ਹੈਗਾ ਤੇਰਾ। ਮਨ ਨੂੰ ਸੂਤਕ ਲੋਭ ਦਾ ਲੱਗਿਆ ਹੈ ਤੇਰਾ। ਹਰ ਚੀਜ਼ ਤੈਨੂੰ ਚਾਹੀਦੀ, ਆ ਵੀ ਚਾਹੀਦੀ, ਆ ਵੀ ਚਾਹੀਦੀ ਹੈ। ਭਾਵੇਂ ਤੇਰੇ ਕੋਲ ਵਾਧੂ ਹੋਏ, 4 ਪੁਸ਼ਤਾਂ ਖਾਣ ਜੋਗੀ ਜੋ ਜਿੰਨੀ ਹੋਏ, ਫਿਰ ਵੀ ਤੈਨੂੰ ਹੋਰ ਚਾਹੀਦੀ ਆ। ਹੋਰ ਤੇਰਾ ਜਿਹੜਾ ਹੈਗਾ ਲੋਭ ਇੰਨਾ ਲਾਲਚ ਆ, ਮਰਦੇ ਦਮ ਤੱਕ ਤੇਰਾ ਲੋਭ ਨਹੀਂ ਜਾਂਦਾ। ਆ ਤੇਰੇ ਮਨ ਨੂੰ ਸੂਤਕ ਲੱਗਿਆ ਹੋਇਆ। ਜਿਹਵਾ ਸੂਤਕ ਕੂੜ, ਤੇਰੀ ਜੀਭ ਨੂੰ ਜਿਹੜਾ ਹੈਗਾ ਝੂਠ ਦਾ ਸੂਤਕ ਲੱਗਿਆ। ਝੂਠ ਵੱਢਦੀ ਆ ਫਟਾਫਟ। ਸੱਚ ਨੂੰ ਵੀ ਐਸਾ ਝੂਠ ਨੂੰ ਐਸਾ ਜਿਹੜਾ ਹੈਗਾ ਐਸੇ ਤਰੀਕੇ ਦੇ ਨਾਲ ਪਰੋਸਦੀ ਆ ਕਿ ਬਿਲਕੁਲ ਸੱਚ ਨੂੰ ਮਾਤ ਕਰ ਦਿੰਦਾ ਹੈ ਤੇਰਾ ਝੂਠ। ਇੰਨਾ ਜਿਹੜਾ ਹੈਗਾ ਝੂਠ ਜਿਹੜਾ ਹੈਗਾ ਤੇਰਾ ਇੰਨਾ ਜ਼ਿਆਦਾ ਜਿਹੜਾ ਹੈਗਾ ਸੋਹਣਾ ਕਰਕੇ ਜਿਹੜਾ ਹੈਗਾ ਤੇਰੀ ਜੀਭ ਪਰੋਸਦੀ ਹੈ। ਆ ਤੇਰੀ ਜੀਭ ਦਾ ਸੂਤਕ ਹੋ ਗਿਆ। ਅੱਖੀ ਸੂਤਕ ਵੇਖਣਾ ਪਰ ਤ੍ਰਿਐ ਪਰ ਧਨ ਰੂਪ, ਤੇ ਅੱਖਾਂ ਨੂੰ ਤੇਰੇ ਬਹੁਤ ਜ਼ਬਰਦਸਤ ਸੂਤਕ ਆ। ਪਰਾਈ ਇਸਤਰੀ, ਪਰਾਇਆ ਮਰਦ, ਪਰਾਇਆ ਧਨ, ਪਰਾਇਆ ਰੂਪ, ਤੇਰੀਆਂ 24 ਘੰਟੇ ਅੱਖਾਂ ਜਿਹੜੀਆਂ, ਅੱਖਾਂ ਨੂੰ ਆ ਸੂਤਕ ਲੱਗਿਆ ਹੁੰਦਾ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ, ਔਰ ਕੰਨਾਂ ਨੂੰ ਸੂਤਕ ਲੱਗਿਆ। ਕੰਨ ਜਿਹੜੇ ਹੈਗੇ ਚੁਗਲੀ ਨਿੰਦਾ ਆਹੀ ਚੀਜ਼ ਸੁਣਦੇ ਆ, ਇਹੀ ਸੁਣਦੇ ਆ ਕੰਨ ਤੇਰੇ। ਔਰ ਇਸੇ ਦੇ ਨਾਲ ਤੇਰਾ ਜਿਹੜਾ ਹੈਗਾ ਸਾਰਾ ਦਿਨ ਦਾ ਰੂਟੀਨ ਇਹਦੇ ਨਾਲ ਚੱਲਦਾ ਹੈ ਤੇਰਾ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰੇ ਜਾਏ। ਮਾਲਕ ਕਹਿੰਦਾ ਮੈਂ ਤਾਂ ਹੰਸ ਪੈਦਾ ਕੀਤੇ ਸੀਗੇ ਦੁਨੀਆ ਦੇ ਵਿੱਚ, ਇਨਸਾਨ, ਪਰ ਇਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਹੈਗੇ ਇਹ ਸੂਤਕ ਦੇ ਨਾਲ ਜਿਹੜੇ ਹੈਗੇ ਆ ਸਾਰੇ ਜਿਹੜੇ ਹੈਗੇ ਇਹ ਜੰਮਪੁਰੀ ਚਲੇ ਜਾਂਦੇ ਆ ਭਾਈ। ਹੰਸ ਹੋ ਕੇ ਵੀ ਜਿਹੜੇ ਹੈਗੇ ਜੰਮ ਲੈ ਜਾਂਦਾ ਇਹਨਾਂ ਨੂੰ। ਹਾਂਜੀ ਵੀਰ ਜੀ। ਕਿ ਹੁਣ ਕਹਿੰਦੇ ਕਿ ਸੂਤਕ ਕਿੱਦਾਂ ਉਤਰਨਾ, ਗਿਆਨ ਦੇ ਨਾਲ ਉਤਰਨਾ। ਹਾਂ, ਕਿਉਂਕਿ ਉਹ ਜੇ ਤੇ ਇਹਨਾਂ ਲੋਕਾਂ ਦੀਆਂ ਗੱਲਾਂ ਸੁਣੋ ਤੇ ਬਸ ਠੀਕ ਹੈ। ਫਿਰ ਤੋਂ ਕਹਿੰਦੇ ਗੋਇੰਦਵਾਲ ਸਾਹਿਬ ਜਾਓ, ਉੱਥੇ 84 ਕੱਟੀ ਜਾਂਦੀ ਹੈ, ਪਰ ਆਪ ਪੜ੍ਹੇ ਲਿਖੇ ਜੋ ਸੱਚੀ ਤਾਂ ਕੱਟੀ ਜਾਂਦੀ ਹੋਊਗੀ। ਮੇਰੇ ਵਰਗੇ ਤੇ 100-200 ਪਾਪ ਕਰਕੇ ਫਿਰ ਉੱਥੇ ਪਹੁੰਚ ਜੇ, ਉੱਥੇ ਪਾਠ ਪੜ੍ਹ ਸਕਦਾ ਮੈਂ ਮੈਂ ਸੱਚੀ ਹੂੰ। ਤੁਸੀਂ ਮੰਨਦੇ ਜੋ ਪਰਮਾਤਮਾ ਕੋਈ ਏਦਾਂ ਦਾ ਕਲਾਉਸ ਹੈਗਾ? ਇਹ ਸਭ ਜਿੱਦਾਂ ਦਾ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾ ਦਿੰਦੇ ਨੇ, ਫਿਰ ਬੰਦਾ ਉਦੋਂ ਤੁਰਿਆ ਜਾਂਦਾ। ਪਰ ਇਹ ਐਸਾ ਵਹਿਮ ਭਰਮ ਬਣ ਚੁੱਕਿਆ ਹੈ ਕਿ ਜੇ ਕਿਸੇ ਨੇ ਰੋਕਿਆ ਵੀ ਨਾ ਤੇ ਉਹ ਲੋਕਾਂ ਨੇ ਉਹਨਾਂ ਦੇ ਵਿਰੋਧ ਹੋ ਜਾਣਾ। ਕਿੱਡੀ ਮਜਬੂਰ ਚੀਜ਼ ਬਣ ਗਈ। ਹੋ ਸਕਦਾ ਕੋਈ ਉੱਥੇ ਕੋਈ ਵਿਚਾਰ ਚੱਲੀ ਹੋਵੇ, ਸਮਝਾਉਣ ਦਾ ਕੋਈ ਤਰੀਕਾ ਅਲੱਗ ਹੋਵੇ, ਪਰ ਤੁਹਾਨੂੰ ਪਤਾ ਹੈ ਜ਼ਿਆਦਾਤਰ ਉਹ ਚੰਦਰਮਾ ਦੇ ਵੱਲ ਉਂਗਲ ਕੀਤੀ ਹੁੰਦੀ ਤੇ ਲੋਕੀ ਉਂਗਲ ਹੀ ਫੜ ਲੈਂਦੇ। ਚੰਦਰਮਾ ਨੂੰ ਤੇ ਵਹਿੰਦਾ ਹੀ ਕੋਈ ਨਹੀਂ। ਇਹ ਬਾਣੀ ਚ ਵੇਖੋ, ਬਾਣੀ ਚ ਕੋਈ ਏਦਾਂ ਦੀ ਤੋਕਾ ਹੀ ਨਜ਼ਰ ਸਾਹਿਬ ਜਿੱਥੇ ਲਿਖਿਆ ਕਿ ਆਪਾਂ ਉੱਥੇ ਜੇ ਤੁਸੀਂ ਇੰਨੇ ਪਾਠ ਪੜੋਗੇ ਤੇ ਤੁਹਾਡੀ 84 ਕੱਟੀ ਜਾਵੇਗੀ। ਨਾ ਪਾਠ ਤਾਂ ਬਾਣੀ ਰਿਜੈਕਟ ਕਰਦੀ ਹੈ। ਕਹਿੰਦੇ ਇਕੱਲੇ ਪਾਠ ਦੇ ਨਾਲ ਤੇਰਾ ਕੱਖ ਵੀ ਨਹੀਂ ਹੋਣਾ, ਤੂੰ ਕੱਢ ਜਾਣਾ ਹੈ ਬਸ। ਤੂੰ ਲਾਲ ਹੋ ਜਾਣਾ ਹੈ, ਜਿਵੇਂ ਦੁੱਧ ਲਾਲ ਹੋ ਜਾਂਦਾ ਹੈ, ਕੌੜਾ ਹੋ ਜਾਣਾ ਹੈ। ਬਿਲਕੁਲ ਪਾਠ ਦੇ ਤੂੰ ਆਪਣੇ ਆਪ ਨੂੰ ਚਿੰਤਾ ਤੋਂ ਮੁਕਤ ਹੋ ਜਾਣਾ ਕਿ ਮੈਂ ਹੁਣ 5 ਬਾਣੀਆਂ ਦਾ ਪਾਠ ਕਰ ਲਿਆ, ਮੈਂ ਸਹੀ ਹਾਂ। ਪਰ ਬਾਣੀ ਕਹਿੰਦੀ ਆ ਕਿ ਇਹੋ ਸਹੀ ਹੋਣਾ ਹੀ ਤੈਨੂੰ ਗਲਤ ਕਰ ਦਿੰਦਾ, ਕਿਉਂਕਿ ਮੇਨ ਕੰਮ ਤੇ ਕੀਤਾ ਕੋਈ ਨਾ। ਆ ਦੇਖੋ ਕਹਿੰਦੇ ਕਿ ਤੇਰਾ ਸੂਤਕ ਗੋਹੇ ਦੇ ਵਿੱਚ ਵੀ ਸੂਤਕ ਹੈ, ਅੰਨ ਦੇ ਵਿੱਚ ਵੀ ਸੂਤਕ ਹੈ, ਪਾਣੀ ਵਿੱਚ ਵੀ ਸੂਤਕ ਹੈ। ਤੇ ਉਹ ਕਹਿੰਦੇ ਆ ਕਿ ਫਿਰ ਸੂਤਕ ਕਿੱਦਾਂ ਉਤਰੂਗਾ? ਕਹਿੰਦੇ ਨਾਨਕ ਸੂਤਕ ਇਹ ਨਾ ਉਤਰੇ ਗਿਆਨ ਉਤਾਰੇ ਤੋਏ। ਗਿਆਨ ਸਭ ਤੋਂ ਉੱਚੀ ਚੀਜ਼ ਹੈ। ਔਰ ਬੰਦਾ ਜਦੋਂ ਗਿਆਨ ਤੋਂ ਬਿਨਾਂ ਕੋਈ ਕੰਮ ਕਰਦਾ ਹੈ ਤੇ ਫਿਰ ਮੁਸ਼ਕਲ ਹੋ ਜਾਏਗੀ ਨਾ। ਜੀਵਨ ਤੁਸੀਂ ਹੁਣ ਐਡਾ ਕੀਮਤੀ ਜੀਵਨ ਹੈ, ਉਹ ਤੁਹਾਨੂੰ ਉਹ ਇੱਕ ਵੈਸੇ ਕੋਈ ਫ੍ਰਿਜ ਲੈ ਲਈਏ ਨਾ ਜਾਂ ਟੀਵੀ ਲੈ ਲਈਏ, ਉੱਥੇ ਇੱਕ ਮੈਨੂਅਲ ਮਿਲਦਾ ਕਿ ਇਹ ਮਸ਼ੀਨ ਨੂੰ ਕਿੱਦਾਂ ਚਲਾਉਣਾ ਹੈ, ਇਹ 'ਚ ਕੀ ਨਹੀਂ ਪਾਉਣਾ ਤੇ ਕੀ ਪਾਉਣਾ ਹੈ, ਕਿੱਦਾਂ ਇਹਨੂੰ ਧੋਣਾ ਹੈ। ਜੇਕਰ ਮੈਨੂਅਲ ਹੋਵੇ ਸਾਡੇ ਕੋਲ ਤੇ ਮਸ਼ੀਨ ਨੂੰ ਚਲਾਉਣਾ ਕਾਫੀ ਆਸਾਨ ਹੋ ਜਾਂਦਾ ਹੈ। ਮੋਸਟਲੀ ਸਾਰੇ ਫੰਕਸ਼ਨ ਜਿਹੜੇ ਉਹਨਾਂ ਨੇ ਹੁੰਦੇ ਆ ਉਹ ਦੱਸੇ ਹੁੰਦੇ ਆ। ਇਸੇ ਤਰ੍ਹਾਂ ਮਨੁੱਖਾ ਜੀਵਨ ਨੂੰ ਕਿੱਦਾਂ ਬਤੀਤ ਕਰਨਾ ਹੈ, ਇਹ ਗੁਰਬਾਣੀ ਜਿਹੜੀ ਹੈਗੀ ਮੈਨੂਅਲ ਹੈ। ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ। ਸਟੈਂਡਰਡ ਆਪਰੇਟਿੰਗ ਪ੍ਰੋਸੀਜਰ SPO ਕਹਿੰਦੇ ਉਹਨੂੰ, ਕਿ ਇਹਨੂੰ ਆਪਰੇਟ ਕਰਨ ਦਾ ਪ੍ਰੋਸੀਜਰ ਕੀ ਹੈ। ਤੂੰ ਕਿਤੇ ਐਵੇਂ ਨਾ ਗੱਡੀ ਭਜਾਈ ਜਾਈ ਮੁੜ ਕੇ ਕਵੇਂ ਕਿ ਇੰਜਨ ਖਰਾਬ ਹੋ ਗਿਆ, ਮੇਰੇ ਵਰਗਾ ਇੰਜਨ ਖਰਾਬ ਕਰਕੇ ਮੁੜ ਕੇ ਕਵੇਂ ਏਜੰਸੀ ਜਿਹਨੂੰ ਇੰਜਨ ਬਦਲੋ, ਕਹਿੰਦੇ ਰੋਂਗ ਤਰੀਕੇ ਨਾਲ ਚਲਾਇਆ ਤੂੰ। ਹਾਂਜੀ ਬਿਲਕੁਲ ਨਹੀਂ, ਅਗਲੇ ਨਹੀਂ ਮੰਨਦੇ, ਕਹਿੰਦੇ ਅਸੀਂ ਨਹੀਂ ਦਿੰਦੇ ਇੰਸ਼ੋਰੈਂਸ, ਅਸੀਂ ਨਹੀਂ ਬਦਲਦੇ। ਹਾਂ, ਇਹ ਫਿਰ ਗੜਬੜ ਹੋ ਜਾਏਗੀ। ਫਿਰ ਆਪਾਂ ਇਸ ਚੀਜ਼ ਨੂੰ ਸਮਝਣਾ ਹੈ। ਠੀਕ ਹੈ ਜੀ,
ਹਾਂ ਅਗਲੇ ਬੰਨੇ ਬੋਲੋ ਨਿੱਜਰ ਸਾਹਿਬ। ਹੁਣ ਦੱਸ ਰਹੇ ਸੂਤਕ ਹੈ ਕੀ ਚੀਜ਼, ਆ ਸੂਤਕ ਦੱਸ ਰਿਹਾ। ਪਹਿਲਾਂ ਤਾਂ ਕਹਿੰਦੇ ਤੈਨੂੰ ਸੂਤਕ ਹੀ ਨਹੀਂ ਪਤਾ, ਤਾਂ ਤੂੰ ਐਵੇਂ ਹੀ ਜਿਹੜਾ ਕਹੀ ਜਾ ਰਿਹਾ ਵੀ ਫਲਾਨਾ ਇੱਥੇ ਸੂਤਕ ਆ ਇੱਥੇ ਸੂਤਕ ਆ। ਕਹਿੰਦੇ ਆ ਦੇਖ ਸੂਤਕ ਤੇਰੇ ਆ ਇਹਨਾਂ ਚੀਜ਼ਾਂ ਨੂੰ ਹੈਗਾ ਭਾਈ, ਤੇਰੇ ਮਨ ਨੂੰ ਸੂਤਕ ਆ, ਇਹ ਤੇਰੇ ਗਿਆਨ ਇੰਦਰੀਆਂ ਨੂੰ ਸੂਤਕ ਹੈਗਾ ਭਾਈ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਜੀਵ ਨੂੰ ਸੂਤਕ ਝੂਠ ਦਾ ਹੈ, ਕੂੜ ਦਾ ਹੈਗਾ। ਅੱਖਾਂ ਨੂੰ ਸੂਤਕ ਹੈਗਾ ਪਰਾਇਆ ਤਨ, ਪਰਾਇਆ ਰੂਪ ਦੇਖਦੀਆਂ। ਕੰਨਾਂ ਨੂੰ ਸੂਤਕ ਹੈਗਾ ਤੇ ਜਿਹੜੀਆਂ ਹੈਗੀਆਂ ਇਹ ਨਿੰਦਾ, ਇਹ ਜਿਹੜੀ ਹੈਗੀ ਚੁਗਲੀ, ਆਹੀ ਸੁਣਦੇ ਆ ਕੰਨ ਜਿਹੜੇ ਹੈਗੇ। ਤੇ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਇਨਸਾਨ ਨੂੰ ਮਾਲਕ ਨੇ ਹੰਸ ਬਣਾ ਕੇ ਭੇਜਿਆ ਸੀਗਾ। ਕਹਿੰਦੇ ਹੰਸ ਹੋ ਕੇ ਵੀ ਜਿਹੜਾ ਹੈਗਾ ਇਹ ਜੰਮਪੁਰੀ ਜਾ ਕੇ ਜਮਾਂ ਦੇ ਹੱਥ ਦੇ ਵਿੱਚ ਫਸ ਜਾਂਦਾ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਮਨ ਦਾ ਸੂਤਕ ਹੈਗਾ ਲੋਭ, ਹਾਂ, ਤੇ ਜ਼ਬਾਨ ਦਾ ਸੂਤਕ ਹੈਗਾ ਕੂੜ। ਕੂੜ ਦਾ ਮਤਲਬ ਝੂਠ। ਬਿਲਕੁਲ ਹਾਂ। ਜੇ ਤੁਹਾਡੇ ਮਨ ਦੇ ਵਿੱਚ ਲੋਭ ਹੈਗਾ ਤੇ ਤੁਹਾਨੂੰ ਸੂਤਕ ਚਿੰਬੜਿਆ ਹੋਇਆ ਜੇ। ਬਿਲਕੁਲ ਸੂਤਕ ਚਿੰਬੜਿਆ ਹੋਇਆ। ਤੇ ਜੇ ਤੁਸੀਂ ਝੂਠ ਬੋਲਦੇ ਜੋ, ਝੂਠ ਦਾ ਮਤਲਬ ਪਤਾ ਜੇ, ਜਿਹੜੀ ਚੀਜ਼ ਦਾ ਤੁਹਾਨੂੰ ਨਹੀਂ ਪਤਾ ਤੁਸੀਂ ਆਪਣੇ ਕੋਲੋਂ ਸਟੇਟਮੈਂਟ ਦੇਤੀ ਉਹਨੂੰ। ਇਹਨੂੰ ਸਿਗਮੈਂਟ ਫਰਾਡ ਕਹਿੰਦਾ ਸੀ, ਇਸ ਪਤਾ ਨਹੀਂ ਕਾਰਲ ਜੰਗ ਕਹਿੰਦਾ ਸੀ। ਇਹਨਾਂ ਦੋਵੇਂ ਨਾ ਬੜੇ ਵੱਡੇ ਇੱਕ ਹੋਏ ਨੇ, ਦਾਰਸ਼ਨਿਕ ਹੋਏ ਨੇ, ਫਿਲੋਸਫਰ ਹੋਏ ਨੇ। ਉਹਨਾਂ ਨੇ ਹਿਊਮਨ ਬ੍ਰੇਨ ਤੇ ਕਾਫੀ ਸਰਚ ਕੀਤੀ ਹੈ ਤੇ ਉਹ ਕਹਿੰਦੇ ਆ ਕਿ ਇੱਕ ਬੰਦਾ ਏਦਾਂ ਦਾ, ਉਹਦੀ ਪਰਸਨੈਲਿਟੀ ਏਦਾਂ ਦੀ ਹੈ ਕਿ ਉਹ ਬੰਦੇ ਦੀ ਬਾਹਰੀ ਆਊਟਫਿਟ ਵੇਖ ਕੇ ਆਪਣੇ ਕੋਲੋਂ ਸਟੇਟਮੈਂਟ ਬਣਾ ਦਿੰਦਾ। ਜਿੱਦਾਂ ਸਾਹਮਣੇ ਇੱਕ ਬੰਦਾ ਹੈ ਭਾਵੇਂ ਨਲਾਇਕ ਹੈ, ਜੇ ਉਹਨੇ ਐਨਕਾਂ ਲਾਈਆਂ ਤੇ ਕਈ ਬੰਦੇ ਸਮਝਦੇ ਕਿ ਬਹੁਤ ਪੜਾਕੂ ਆ, ਕਿਉਂਕਿ ਉਸ ਬੰਦੇ ਨੂੰ ਜਾਣਿਆ ਨਹੀਂ, ਉਹਨੇ ਆਪਣੇ ਕੋਲੋਂ ਸਟੇਟਮੈਂਟ ਦੇ ਦਿੱਤੀ। ਸੱਚ ਨੂੰ ਨਹੀਂ ਜਾਣਿਆ, ਅਸਲੀਅਤ ਨੂੰ ਨਹੀਂ ਜਾਣਿਆ। ਕਿਸੇ ਦੇ ਘਰ ਚਾਹੇ ਕੋਈ ਬੰਦਾ ਗਿਆ, ਹੁਣ ਸਾਡੇ ਵਰਗੇ ਨੇ ਇੱਥੇ ਸਟੇਟਮੈਂਟ ਦੇਤੀ ਹੈ ਕਿ ਇਹ ਔਰਤ ਜਾਂ ਇਹ ਮਰਦ ਇਹ ਕਰੈਕਟਰਲੈਸ ਨੇ, ਅਧੂਰਾ ਗਿਆਨ। ਦੇਖੋ ਬਾਣੀ ਕਹਿੰਦੀ ਆ ਨਹੀਂ ਤੂੰ ਸਟੇਟਮੈਂਟ ਨਹੀਂ ਦੇ ਸਕਦਾ ਕਿਉਂਕਿ ਤੈਨੂੰ ਗਿਆਨ ਨਹੀਂ ਹੈਗਾ। ਬਿਲਕੁਲ। ਹੁਣ ਇੱਕ ਭੈਣ ਭਰਾ ਬੈਠੇ, ਹੁਣ ਮੇਰੇ ਵਰਗਾ ਕਵੇ ਕੀਤਾ ਕਿ ਕੌਣ ਜਾ ਰਿਹਾ, ਕਹਿ ਸਕਦਾ ਮੈਂ। ਫਿਰ ਕਹਿੰਦੇ ਜੇ ਤੂੰ ਕਹਿ ਰਿਹਾ ਤੇ ਤੇਰੀ ਜ਼ਬਾਨ ਨੂੰ ਸੂਤਕ ਚਿੰਬੜਿਆ ਜੋ, ਕੂੜੀ ਤੇਰੀ ਜ਼ਬਾਨ ਚ, ਝੂਠ ਬੋਲਦਾ ਤੂੰ, ਤੈਨੂੰ ਪਤਾ ਹੀ ਨਹੀਂ। ਬਾਣੀ ਕਹਿੰਦੀ ਆ ਜੇ ਤੂੰ ਜਾਣਦਾ ਵੀ ਹੈ ਨਾ ਤਾਂ ਵੀ ਮੂੰਹ ਬੰਦ ਰੱਖ, ਕਿਉਂਕਿ ਤੂੰ ਕੁਛ ਬੋਲ ਰਿਹਾ ਹੈ ਉਹ ਬੋਲਣਾ ਸਹੀ ਨਹੀਂ ਹੈ, ਉਹ ਤੇਰੇ ਲਈ ਚੰਗਾ ਨਹੀਂ ਹੈ। ਠੀਕ ਹੈ ਜੀ। ਬਿਲਕੁਲ। ਕਿਉਂਕਿ ਤੈਨੂੰ ਆਦਤ ਪੈ ਜਾਣੀ ਆ ਵੀ ਇੱਥੇ ਤੇ ਚੱਲ ਬੰਦਾ ਅਗਲਾ ਗਲਤ ਆ, ਮੁੜ ਕੇ ਤੂੰ ਸੱਚ ਨੂੰ ਵੀ ਕਦੇ ਨਿੰਦ ਦੇਂਗਾ, ਕਿਉਂਕਿ ਤੇਰੇ ਅੰਦਰ ਸੁਭਾਅ ਬਣ ਜਾਣਾ। ਇਸ ਕਰਕੇ ਬਾਣੀ ਮਨਾ ਕਰਦੀ ਆ। ਹੋਰ ਬਾਣੀ ਨੇ ਸਾਨੂੰ ਕੀ ਸਮਝਾਉਣਾ? ਉਹ ਥੋੜੀ ਕਹਿੰਦੀ ਕਿ ਚੋਰ ਨੂੰ ਚੋਰ ਨਾ ਕਹਿ, ਉਹ ਕਹਿੰਦੀ ਕਹਿ ਬਟ ਇਹ ਨਾ ਹੋਵੇ ਕਿ ਤੂੰ ਸਾਰੀ ਦੁਨੀਆ ਨੂੰ ਮੁੜ ਕੇ ਚੋਰ ਬਣਾ ਦੇ। ਮੁੜ ਕੇ ਜਰਨਲਾਈਜ਼ ਇਹਨੇ ਚ ਸਭ ਅੰਗਰੇਜ਼ੀ ਦਾ ਵਰਡ ਮੈਨੂੰ ਨਹੀਂ ਹੁੰਦਾ, ਜਨਰਲਾਈਜ਼ ਕਰਦੇ, ਜਨਰਲਾਈਜ਼। ਜਰਨਲਾਈਜ਼ ਦਾ ਮਤਲਬ ਸਰਬ, ਸਾਰਿਆਂ ਨੂੰ ਉਸੇ ਕੈਟਾਗਰੀ। ਜਿੱਦਾਂ ਇੱਕ ਮੁਸਲਮਾਨ ਨੇ ਮਾੜਾ ਕੰਮ ਕੀਤਾ, ਆਪਣੇ ਵਰਗੇ ਨੇ ਕਹਿ ਦੇਣਾ ਕਿ ਸਾਰੇ ਮੁਸਲਮਾਨ ਮਾੜੇ ਆ। ਬਾਣੀ ਜਿਹੜੇ ਬ੍ਰਹਮ ਗਿਆਨੀ ਏਦਾਂ ਨਹੀਂ ਸੋਚਦੇ। ਉਹ ਤੇ ਸਾਈਂ ਮੀਆਂ ਮੀਰ ਨੂੰ ਲੈ ਕਹਿੰਦੇ ਨਹੀਂ ਰੱਖੋ, ਉਹ ਕਿਸੇ ਚੀਜ਼ ਨੂੰ ਜਰਨਲਾਈਜ਼ ਨਹੀਂ ਕਰਦੇ। ਉਹ ਕਹਿੰਦੇ ਨਹੀਂ, ਇਹ ਘਰ ਦੇ 7 ਜੀ ਨੇ, ਇੱਕ ਬੰਦਾ ਮਾੜਾ ਹੈ, 6 ਬੰਦੇ ਚੰਗੇ ਨੇ। ਬਿਲਕੁਲ। ਪਰ ਆਪਾਂ ਕਹਿੰਦੇ ਨਹੀਂ, ਸਾਰੇ 6 ਦੇ 6 ਵੀ ਮਾੜੇ ਨੇ ਕਿਉਂਕਿ ਇਕੱਠੇ ਰਹਿੰਦੇ ਨੇ। ਪਰ ਬਾਣੀ ਏਦਾਂ ਨਹੀਂ ਸੋਚਦੀ। ਠੀਕ ਹੈ ਜੀ। ਸਾਨੂੰ ਵੀ ਸਮਝਾਉਂਦੇ ਆ। ਫਿਰ ਕਹਿੰਦੇ ਅੱਖਾਂ ਦੇ ਵਿੱਚ ਤੇਰੇ ਸੂਤਕ ਹੈ, ਕਿਉਂਕਿ ਤੂੰ ਵੀ ਅੱਖਾਂ ਦੇ ਨਾਲ ਪਤਾ ਨਹੀਂ ਜਿਹੜਾ ਵੇਖਣਾ ਵਾ ਤੂੰ ਉਹ ਨਹੀਂ ਵੇਖਦਾ, ਜਿਹੜਾ ਤੈਨੂੰ ਨਹੀਂ ਵੇਖਣਾ ਚਾਹੀਦਾ ਤੂੰ ਉਹ ਵੇਖਦਾ। ਅੱਖਾਂ ਹਮੇਸ਼ਾ ਹੀ ਆਪਣੀਆਂ ਵੇਖੋ ਗਲਤ ਚੀਜ਼ ਨੂੰ ਵੇਖਦੀਆਂ। ਦੇਖੋ ਕਹਿੰਦੇ ਅੱਖਾਂ ਨੂੰ ਸੂਤਕ ਹੈ ਤੇਰੇ, ਕਿਹੜੇ ਚੱਕਾਂ 'ਚ ਫਿਰਦਾ ਵਾ? ਆਹ ਸੂਤਕ ਨੂੰ ਛੱਡ, ਤੂੰ ਆਪ ਖੁਦ ਸੂਤਕ ਦਾ ਭਰਿਆ ਹੈ। ਅਗਲੇ ਬੰਨੇ ਕਹਿੰਦੇ ਨੇ ਪਰਤ੍ਰੈ ਧਨ, ਪਰਤ੍ਰਿਆ ਪਰ ਧਨ ਰੂਪ। ਹਾਂ, ਪਰਾਈ ਇਸਤਰੀ, ਪਰਾਇਆ ਮਰਦ, ਪਰਾਇਆ ਧਨ, ਪਰਾਇਆ ਰੂਪ। ਆ ਅੱਖਾਂ ਤੇਰੀਆਂ ਨੂੰ ਆ ਸੂਤਕ ਲੱਗਿਆ ਹੋਇਆ, 24 ਘੰਟੇ ਆਹੀ ਦੇਖਦੀਆਂ। ਹਾਂ, ਅਸਲੀ ਸੂਤਕ ਤੈਨੂੰ ਆ ਚਿੰਬੜਿਆ। ਹੁਣ ਦੇਖੋ ਤੁਹਾਨੂੰ ਚਿੰਬੜਿਆ ਕਿ ਨਹੀਂ ਚਿੰਬੜਿਆ। ਮੈਂ ਤੇ ਇਹੋ ਗੱਲ ਕਰਦਾ, ਆਪਣੇ ਤੇ ਲਈਏ ਤੇ ਗੱਲ ਚੰਗੀ ਰਹੂਗੀ, ਉਹਨੂੰ ਪੰਡਤ ਨੂੰ ਛੱਡੀਏ। ਬਿਲਕੁਲ। ਅਗਲੇ ਬੰਨੇ ਦੇਖੀਏ ਜੀ, ਕੰਨੀ ਸੂਤਕ ਕੰਨ ਪੇ। ਹਾਂ, ਕੰਨੀ ਸੂਤਕ ਕੰਨ ਪੇ ਲਾਇਤ ਬਾਰੀ ਖਾਏ। ਤੇਰੇ ਕੰਨਾਂ ਨੂੰ ਵੀ ਸੂਤਕ ਲੱਗਿਆ ਹੋਇਆ ਭਾਈ। ਕੰਨਾਂ ਦੇ ਨਾਲ ਤੂੰ ਬਿਲਕੁਲ ਪੂਰੀ ਜਿਹੜਾ ਹੈਗਾ ਬੇਫਿਕਰੀ ਦੇ ਨਾਲ ਜਿਹੜਾ ਹੈਗਾ ਤੂੰ ਨਿੰਦਾ ਚੁਗਲੀ ਇਹ ਸੁਣੀ ਜਾ ਰਿਹਾ ਕੰਨਾਂ ਦੇ ਨਾਲ। ਹਾਂ ਠੀਕ ਹੈ ਜੀ। ਫਿਰ ਤੂੰ ਕੰਨੀ ਕਹਿੰਦੇ ਨਿੰਦਿਆ ਕਰਨੀ ਵੀ ਮਾੜੀ ਤੇ ਨਿੰਦਿਆ ਸੁਣਨੀ ਵੀ ਮਾੜੀ। ਬਿਲਕੁਲ।
ਦੋਨਾਂ ਚੀਜ਼ਾਂ 'ਚ ਆਪਣਾ ਬਹੁਤ ਡੈਮੇਜ ਹੈ। ਤੁਸੀਂ ਆਪਣੇ ਘਰੇ ਕਿਸੇ ਬੰਦੇ ਨੂੰ ਕਹੋ ਕਿ ਕਾਲਖ ਦੀ ਪੰਡ ਚੁੱਕ ਕੇ ਲਿਆ, ਉਹਨੇ ਖੋਲੀ ਨਹੀਂ, ਪੰਡ ਅੰਦਰ ਰੱਖੀ, ਚੁੱਕ ਕੇ ਫੇਰ ਵਾਪਸ ਲੈ ਜੇ, ਤੇ ਤੁਹਾਡੇ ਘਰ 'ਚ ਕਾਲਖ ਆਉਣੀ ਆ, ਲਾਜ਼ਮੀ ਆ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਦੇਖ ਲਓ ਇਹ ਨਾ ਹੁਣ 2 ਔਰਤਾਂ ਜਾਂ 3 ਔਰਤਾਂ ਜੇ ਪਾਸੇ ਹੋ ਕੇ ਗੱਲ ਕਰਦੀਆਂ, ਹੁਣ ਫਟਾਫਟ ਕੰਨ ਉਧਰ ਨੂੰ ਜਾਂਦੇ ਵੀ ਕੀ ਗੱਲ ਹੋ ਰਹੀ ਆ। ਔਰ ਜਦ ਤੱਕ ਜਿਹੜਾ ਥੋੜੀ ਜਿਹੀ ਕਿਸੇ ਦੀ ਨਿੰਦਾ ਚੁਗਲੀ ਸੁਣਨ ਵਾਲੇ, ਰੋਟੀ ਹਜਮ ਹੀ ਨਹੀਂ, ਥੱਲੇ ਉਤਰਦੀ ਨਹੀਂ, ਰੋਟੀ ਹਜਮ ਹੀ ਨਹੀਂ ਹੁੰਦੀ ਰੋਟੀ। ਹਾਂ, ਹੁਣ ਅੱਖਾਂ ਨੂੰ ਵੇਖੋ, ਆਪਣੀ ਅੱਖਾਂ ਨੂੰ ਕਿੱਦਾਂ ਇਹ ਲੋਕਾਂ ਨੇ ਜਿਹੜੇ ਇੰਟਰਨੈਟ ਤੇ ਬੈਠੇ ਨੇ, ਮਾੜੇ ਲੋਕ, ਮਾੜੀ ਸੋਚ ਦੇ ਮਾਲਕ, ਉਹ ਵੇਖੋ ਕਿੱਡੀ ਗਲਤ ਚੀਜ਼ਾਂ ਤੁਹਾਡੇ ਮੋਬਾਈਲ ਤੇ ਭੇਜਦੇ ਪਏ ਨੇ। ਕਿੱਦਾਂ ਲੋਭ ਪਾਇਆ ਹੈ, ਉਹ ਏਦਾਂ ਦੇ ਦ੍ਰਿਸ਼ ਤੁਹਾਨੂੰ ਦਿਖਾਉਂਦੇ ਨੇ ਕਿ ਤੁਸੀਂ ਉਹਨਾਂ ਦੀ ਮੈਂਬਰਸ਼ਿਪ ਲਓ। ਉਹਨਾਂ ਦੀ ਜ਼ਿੰਦਗੀ 'ਚ ਕੀ ਹੈ? ਕੇਵਲ ਪੈਸਾ ਕਮਾਉਣਾ। ਉਹ ਤੁਹਾਨੂੰ ਗਿਆਨ ਥੋੜੀ ਦੇਣਾ ਚਾਹੁੰਦੇ ਆ। ਇਹ ਜਿਹੜੇ ਟੀਵੀ ਤੇ ਲੋਕ ਪਤਾ ਨਹੀਂ ਕਿੰਨੇ ਕਿੰਨੇ ਕਿਲੋ ਹਾਰ ਪਾ ਕੇ ਉੱਥੇ ਰੋਟੀਆਂ ਬਣਾਉਂਦੇ ਫਿਰਦੇ ਨੇ, ਇਹਨਾਂ ਦਾ ਅਸਲੀ ਜੀਵਨ ਵੇਖੋ ਲੋਕਾਂ ਦਾ। ਇਹਨਾਂ ਦੇ ਲੋਕਾਂ ਦਾ ਬੜਾ ਜੀਵਨ ਡਿਸਟਰਬ ਆ। ਅੱਜ ਕੱਲ ਜਿਹੜੇ ਲੋਕੀ ਆਪਣੇ ਵਿਆਹੇ ਨੇ, ਵਿਆਹ ਹੋ ਜਾਂਦਾ ਨਾ, ਉਹਨਾਂ ਦਾ ਭਟਕਣ ਦਾ ਕਾਰਨ ਹੀ ਇਹੋ ਹੈ। ਇਹ ਲੋਕ ਗਲਤ ਪ੍ਰਚਾਰ ਕੀਤਾ ਹੈ। ਬੱਚੇ ਸੋਚਦੇ ਆ ਕਿ ਬੜਾ ਵਧੀਆ ਹੈ, ਪਰ ਇੱਕ ਸਮਾਂ ਆਉਂਦਾ ਬੰਦਾ ਪਛਤਾਉਂਦਾ ਹੈ ਕਿ ਮੈਂ ਏਦਾਂ ਕਿਉਂ ਕੀਤਾ। ਪਰ ਹੁਣ ਕੀ ਕਰ ਸਕਦਾ? ਬਾਣੀ ਤੇ ਕਹਿੰਦੀ ਤਬ ਪਛਤਾਨੇ ਸੇ ਕਿਆ ਫਾਇਦਾ ਜਬ ਚਿੜੀਆ ਚੋਗੀ ਖੇਤ। ਤੇਰਾ ਜੀਵਨ ਜਦੋਂ ਤੇਰੇ ਹੱਥੋਂ ਨਿਕਲ ਗਿਆ, ਫਿਰ ਤੂੰ ਜਿੰਨੀਆਂ ਮਰਜ਼ੀ ਤੂੰ ਸਫਾਈਆਂ ਦੇ, ਜਿੰਨੇ ਮਰਜ਼ੀ ਤੂੰ ਸਟੇਟਮੈਂਟ ਦੇ, ਪਰ ਉਹ ਗੇਮ ਤੇਰੇ ਹੱਥੋਂ ਨਿਕਲ ਗਈ ਆ। ਪਰ ਉਦੋਂ ਕੀਤਾ ਜਾ ਸਕਦਾ ਸੀ ਜਦੋਂ ਤੂੰ ਪੈਰ ਚੁੱਕਿਆ। ਜੇ ਤੂੰ ਵਿਧਾਨਤ ਵਿਧੀ ਦਾ ਵਿਧਾਨਤ ਸਮਝਦਾ, ਜੋ ਤੇਰੀ ਥਾਲੀ 'ਚ ਪਿਆ ਹੈ ਇਹਨੂੰ ਗ੍ਰਹਿਣ ਕਰ ਲਾ, ਤੇ ਕੋਈ ਗੱਲ ਹੀ ਨਹੀਂ। ਤੁਸੀਂ ਆਪੋ ਆਪਣੇ ਜੀਵਨ ਸਾਥੀ ਤੇ ਨਜ਼ਰ ਮਾਰੋ। ਮੈਂ ਤੁਹਾਨੂੰ ਇੱਕ ਚੈਲੰਜ ਕਰਕੇ ਕਹਿੰਦਾ, ਤੁਹਾਡੇ ਵਰਗਾ ਜੀਵਨ ਸਾਥੀ ਜਿਹੜਾ ਤੁਹਾਨੂੰ ਮਿਲਿਆ, ਚਾਹੇ ਮਰਦ ਹੈ ਜਾਂ ਔਰਤ, ਉਹ ਵੱਖਰੀ ਗੱਲ, ਆਪਾਂ ਕੰਪਲੇਂਟਾਂ ਕਰਦੇ ਹਾਂ। ਸਾਰੀ ਸ੍ਰਿਸ਼ਟੀ 'ਚ ਤੁਹਾਨੂੰ ਐਸਾ ਬੰਦਾ ਜਾਂ ਐਸੀ ਔਰਤ ਨਹੀਂ ਮਿਲ ਸਕਦੀ, ਕਿਉਂਕਿ ਜੋੜ ਨੇ। ਉਹ ਵੱਖਰੀ ਗੱਲ, ਰਿਜੈਕਟ ਕਰਕੇ ਭੱਜ ਜਾਓ। ਉਹ ਤਾਂ ਮੈਂ ਵੀ ਕਹਿੰਦਾ ਭੱਜ ਜਾਓ, ਪਰ ਨਹੀਂ। ਜਦੋਂ ਤੁਸੀਂ ਦੂਜੀ ਜਗ੍ਹਾ ਤੇ ਜਾਓਗੇ, ਤੁਹਾਨੂੰ ਅਹਿਸਾਸ ਹੋਊਗਾ, ਫਿਰ ਪਤਾ ਲੱਗੂਗਾ ਕਿ ਪਹਿਲੇ 'ਚ ਕੀ ਖੂਬੀ ਸੀ ਜਾਂ ਕਮੀ ਸੀ, ਜਾਂ ਇਹ 'ਚ ਕੀ ਖੂਬੀ ਆ ਜਾਂ ਇਹ 'ਚ ਕੀ ਕਮੀ ਆ। ਦੁਬਾਰਾ ਉਹ ਮੇਲ ਹੋਣਾ ਹੀ ਨਹੀਂ। ਨਿੱਜਰ ਸਾਹਿਬ, ਜੋ ਮਰਜ਼ੀ ਹੋ ਜੇ, ਉਹ ਦੁਬਾਰਾ ਜਿਹੜਾ ਪਹਿਲਾਂ ਜੋੜ ਪਿਆ ਨਾ, ਭਾਵੇਂ ਜਿਹੜਾ ਮਰਜ਼ੀ ਪਾ ਲੇ, ਉਹ ਇੱਕ ਅਲੱਗ ਚੀਜ਼ ਹੈ। ਸੈਕੰਡ ਟਾਈਮ ਤੇ ਤੁਸੀਂ ਵੇਖ ਲਓ, ਤੁਸੀਂ ਰਹੋਗੇ ਕੰਪਰੋਮਾਈਜ਼ ਦੇ ਵਿੱਚ, ਪਰ ਉਹ ਜੋ ਮੋਹ ਸੀ, ਜੋ ਕਨੈਕਸ਼ਨ ਸੀ, ਉਹ ਦੁਬਾਰਾ ਨਹੀਂ ਬਣ ਸਕਦਾ। ਇਹ ਵੀ ਗੱਲ ਆ ਕਿ ਜਿੱਥੇ ਤੁਹਾਡਾ ਜੀਵਨ ਸਾਥੀ ਆ, ਉਹਦੀ ਭਾਵਨਾ ਦੀ ਕਦਰ ਕਰੋ। ਬੇਸ਼ੱਕ ਉਹਦੀ ਕੋਈ ਸਟੇਟਮੈਂਟ ਆ, ਉਹਨੂੰ ਨਹੀਂ ਉਹਨਾਂ ਵਧੀਆ ਬੋਲਣਾ ਆਉਂਦਾ, ਜਾਂ ਉਹਦਾ ਆਈਡੀਆ ਏਡਾ ਵਧੀਆ ਨਹੀਂ ਆ, ਬਟ ਉਹਨੂੰ ਤੁਸੀਂ ਬਿਲਕੁਲ ਰਿਜੈਕਟ ਕਰ ਦਿਓ ਕਿ ਤੈਨੂੰ ਅਕਲ ਨਹੀਂ ਹੈਗੀ, ਤੈਨੂੰ ਪਤਾ ਕੁਛ ਨਹੀਂ ਆ, ਬਿਲਕੁਲ ਸਹੀ ਨਹੀਂ ਆ। ਉਹਦੀ ਰਾਏ ਸੁਣੋ, ਫਿਰ ਆਪਣੀ ਰਾਏ ਵੀ ਦੱਸੋ। ਫਿਰ ਉਹਨੂੰ ਦੱਸੋ ਕਿ ਇਹ ਆਪਾਂ ਏਦਾਂ ਕਰਨ 'ਚ ਆਪਾਂ ਨੂੰ ਫਾਇਦਾ ਹੈ, ਤੁਹਾਡਾ ਵੀ ਆਈਡੀਆ ਸਹੀ ਹੈ, ਪਰ ਇਹਦੇ ਵਿੱਚ ਆਪਾਂ ਨੂੰ ਆਹ ਨੁਕਸਾਨ ਹੈ, ਇਹਦੇ ਵਿੱਚ ਆਪਾਂ ਨੂੰ ਆਹ ਚੀਜ਼ ਦਾ ਫਾਇਦਾ ਹੈ। ਇਹਦੇ ਨਾਲ ਹੁੰਦਾ ਅਗਲੇ ਦਾ ਮਾਣ ਰਹਿੰਦਾ। ਤੇ ਜਦੋਂ ਆਪਾਂ ਕਹਾਂਗੇ ਤੂੰ ਨਹੀਂ ਬੋਲਣਾ, ਤੈਨੂੰ ਕੁਛ ਨਹੀਂ ਪਤਾ, ਤੈਨੂੰ ਕੁਛ ਨਹੀਂ ਪਤਾ, ਤੇ ਉਹ ਤੇ ਬੰਦਾ ਕਹੂਗਾ ਕਿ ਮੈਂ ਤਾਂ ਚੰਗਾ ਭਲਾ ਵਾਂ, ਮੈਂ ਏਡਾ ਸ਼ਦਾਈ ਥੋੜੀ ਆ, ਮੇਰਾ ਵੀ ਤਾਂ ਦਿਮਾਗ ਹੈਗਾ ਨਾ। ਸੋ ਪਲੀਜ਼ ਇਹ ਗੱਲ ਤੇ ਥੋੜਾ ਜਿਹਾ ਧਿਆਨ ਦਿਆ ਕਰੋ। ਘਰਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਡਿਸਪਿਊਟ ਆ, ਉਹ ਇਹੋ ਹੀ ਹੁੰਦੇ ਕਿ ਬੰਦਾ ਜਿਹੜਾ ਡਿਕਟੇਟਰ ਬਣਦਾ, ਉਹ ਦੂਜੇ ਨੂੰ ਡੋਮੀਨੇਟ ਕਰਦਾ। ਜਿੱਦਾਂ ਵੇਖਿਆ ਅਲਫਾ ਮੇਲ ਹੁੰਦੇ ਜੰਗਲ ਦੇ ਵਿੱਚ, ਤੁਸੀਂ ਵੇਖਿਆ ਸ਼ੇਰ ਦਾ ਸੁਭਾਅ ਹੈ। ਉਹ ਕੀ ਕਰਦਾ ਕਿ ਦੂਜੀਆਂ, ਉਹ ਸਾਰੀਆਂ ਸ਼ੇਰਨੀਆਂ ਤੇ ਕਬਜ਼ਾ ਕਰਨਾ ਚਾਹੁੰਦਾ, ਦੂਜੇ ਸ਼ੇਰਾਂ ਨੂੰ ਸਾਰਿਆਂ ਨੂੰ ਭਜਾਉਂਦਾ। ਇਹੋ ਹਿਸਾਬ ਬੰਦੇ ਦਾ। ਬੰਦਾ ਵੀ ਕੀ ਕਰਦਾ ਹੈ, ਠੀਕ ਆ, ਲੀਡਰਸ਼ਿਪ ਬੜੀ ਜ਼ਰੂਰੀ ਹੈ, ਘਰ 'ਚ ਇੱਕ ਲੀਡਰ ਜ਼ਰੂਰੀ ਹੈ, ਪਰ ਮੈਂ ਕਹਿੰਦਾ ਕਿ ਉਹਦਾ ਬਣਦਾ, ਹਰ ਇੱਕ ਬੰਦੇ ਦਾ, ਜਾਂ ਔਰਤ ਹੈ, ਬੱਚਾ ਹੈ, ਉਹਦਾ ਮਾਣ ਉਹਨੂੰ ਦਿਓ। ਉਹਨੂੰ ਇਹ ਮਹਿਸੂਸ ਕਰਾਓ ਕਿ ਤੇਰੀ ਜੱਜਮੈਂਟ, ਤੇਰਾ ਪੁਆਇੰਟ ਆਫ ਵਿਊ ਵੈਲਿਡ ਹੈ। ਮਤਲਬ ਵਨ ਮੈਨ ਸ਼ੋ ਨਹੀਂ ਹੈਗਾ, ਆਪਾਂ ਟੀਮ ਵਰਕ ਬਣ ਕੇ ਰਹਿਣਾ ਹੈ। ਕੋਈ ਵੀ ਫੈਸਲਾ ਲੈਂਦਾ, ਸਾਰਿਆਂ ਨੂੰ ਇਕੱਠਿਆਂ ਕਰੋ, ਦੱਸੋ ਉਹਨਾਂ ਨੂੰ ਆਪਣੇ ਜੀਵਨ 'ਚ ਕੀ ਹੋ ਰਿਹਾ, ਮੈਂ ਕਿੱਥੇ ਕੀ ਕਰਦਾ ਫਿਰਦਾ ਵਾਂ। ਇਹਦੇ ਨਾਲ ਕੀ ਹੋਊਗਾ ਕਿ ਘਰ 'ਚ ਤੁਹਾਡੇ ਜਿਹੜੇ ਰਿਸ਼ਤੇ ਨੇ ਮਜ਼ਬੂਤ ਹੋਣਗੇ। ਤੇ ਜਦੋਂ ਤੁਸੀਂ ਕਹੋਗੇ ਕਿ ਦੂਜਾ ਬੰਦਾ ਟੁੱਚਲ ਹੈ, ਇਹਨੂੰ ਪਤਾ ਹੀ ਕੁਛ ਨਹੀਂ, ਮੈਨੂੰ ਹੀ ਸਾਰਾ ਕੁਝ ਪਤਾ ਹੈ, ਤੇ ਬਾਣੀ ਇਹ ਚੀਜ਼ ਨੂੰ ਮੰਨਦੀ ਨਹੀਂ ਆ। ਉਹ ਕਹਿੰਦੀ ਨਹੀਂ, ਤੂੰ ਬਹੁਤਾ ਕਲੇਵਰ ਨਹੀਂ ਹੈਗਾ। ਹਰ ਇੱਕ ਬੰਦੇ ਨੂੰ ਰੱਬ ਨੇ ਕੋਈ ਨਾ ਕੋਈ ਗੁਣ ਦਿੱਤਾ ਹੁੰਦਾ ਹੈ। ਇਸ ਧਰਤੀ ਤੇ ਕੋਈ ਜੀਵ, ਕੋਈ ਪੌਦਾ, ਕੋਈ ਇਨਸਾਨ ਏਦਾਂ ਦਾ ਨਹੀਂ ਹੈਗਾ ਜਿਹਨੂੰ ਰੱਬ ਨੇ ਗੁਣ ਨਾ ਦਿੱਤਾ ਹੋਵੇ। ਇਹ ਪ੍ਰਕਿਰਤੀ ਦੇ ਵਿੱਚ ਨਿਯਮ ਹੈ। ਹਰ ਇੱਕ ਨੂੰ ਕਿਸੇ ਸਪੈਸ਼ਲ ਕੰਮ ਲਈ
ਪ੍ਰਮਾਤਮਾ ਨੇ ਨਵਾਜਿਆ ਹੁੰਦਾ ਹੈ, ਪਰ ਸਾਡੇ ਵਿੱਚ ਉਨੀ ਸਮਰਥਾ ਨਹੀਂ ਹੁੰਦੀ ਅਸੀਂ ਉਹਦੇ ਗੁਣ ਨੂੰ ਪਛਾਣ ਸਕੀਏ। ਔਰ ਜਿਹਦੇ ਵਿੱਚ ਜੋ ਗੁਣ ਹੈਗਾ ਉਹਨੂੰ ਦੱਸੋ ਕਿ ਇਹ ਤੇਰੇ 'ਚ ਆਹ ਗੁਣ ਹੈਗਾ, ਦੱਸੋ ਉਹਨੂੰ। ਜੇ ਕੋਈ ਚੰਗਾ ਕੁੱਕ ਆ ਜਾਂ ਉਹ ਚੰਗਾ ਇੱਕ ਮਤਲਬ ਉਹਦੇ 'ਚ ਕੋਈ ਨਾ ਕੋਈ ਤੇ ਗੁਣ ਹੋਊਗਾ ਹੀ। ਏਦਾਂ ਥੋੜੀ ਕੋਈ ਬੰਦਾ ਐਵੇਂ ਤੁਰਿਆ ਫਿਰਦਾ ਧਰਤੀ ਤੇ, ਉਹਦੇ 'ਚ ਜਿਹੜਾ ਵੀ ਗੁਣ ਆ, ਜੋ ਵੀ ਉਹ 'ਚ ਹੈਗਾ, ਉਹਨੂੰ ਐਪਰੀਸ਼ੀਏਟ ਕਰੋ, ਉਹਨੂੰ ਦੱਸੋ ਕਿ ਯੂ ਆਰ ਵੈਰੀ ਇੰਪੋਰਟੈਂਟ, ਤੂੰ ਮੇਰੀ ਜ਼ਿੰਦਗੀ 'ਚ ਬਹੁਤ ਇੰਪੋਰਟੈਂਟ ਹੈ। ਮੈਂ ਤੇ ਆਪ ਆਪਣੀ ਘਰ ਦੀ ਨੂੰ ਕਹਿੰਦਾ ਬਈ ਵੈਰੀ ਇੰਪੋਰਟੈਂਟ ਹੈ ਪਰਸਨ ਤੂੰ ਮੇਰਾ ਜ਼ਿੰਦਗੀ ਦਾ, ਕਿਉਂਕਿ ਇੰਨੀ ਸਾਰੀ ਧਰਤੀ ਤੇ ਉੱਥੇ ਪਤਾ ਨਹੀਂ ਕਿੰਨੇ ਕੁ ਲੋਕ ਨੇ, ਤੂੰ ਜੋ ਵੀ ਆ ਤੂੰ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੈ। ਉਹ ਇੱਕ ਸ਼ਬਦ ਬੋਲਣ ਦੇ ਨਾਲ ਉਹਦਾ ਚਿਹਰਾ ਖੁਸ਼ ਹੋ ਜਾਂਦਾ ਹੈ, ਉਹ ਮਹਿਸੂਸ ਕਰਦੀ ਹੈ ਕਿ ਯਾਰ ਮੈਂ ਕੋਈ ਐਵੇਂ ਥੋੜੀ ਆ, ਮੇਰੀ ਵੈਲਿਊ ਹੈਗੀ ਆ। ਦਿੱਤਾ ਤੇ ਕੁਝ ਨਹੀਂ, ਮੈਂ ਉਹੀ ਘਰ ਬਾਹਰ ਹੈ, ਰੋਟੀ ਪਾਣੀ ਉਹੀ, ਹੋਰ ਜੋ ਮਰਜ਼ੀ ਰੌਲਾ ਪਾਈ ਜਾਵਾਂ, ਪਰ ਮੈਂ ਇੱਕੋ ਲਫ਼ਜ਼ ਜ਼ਰੂਰ ਉਹਨੂੰ ਬੋਲਦਾ, ਉਹਨੂੰ ਐਪਰੀਸ਼ੀਏਟ ਕਰਦਾ ਕਿ ਨਹੀਂ ਮੈਡਮ ਤੇ ਤੂੰ ਮੇਰੀ ਜ਼ਿੰਦਗੀ 'ਚ ਬਹੁਤ ਸਪੈਸ਼ਲ ਇਨਸਾਨ ਹੈ। ਭਾਵੇਂ ਜਿੱਦਾਂ ਮਰਜ਼ੀ ਜ਼ਿੰਦਗੀ ਸਾਡੀ ਆ, ਪਰ ਤੇਰੀ ਮੇਰੀ ਜਿਹੜੀ ਹੈ ਵਾ ਕੁਛ ਤੇ ਕਨੈਕਸ਼ਨ ਹੈ, ਔਰ ਮੈਂ ਉਸ ਚੀਜ਼ ਦੀ ਰਿਸਪੈਕਟ ਕਰਦਾ, ਔਰ ਮੈਂ ਖੁਸ਼ ਵੀ ਹਾਂ। ਇਹੋ ਜ਼ਿੰਦਗੀ ਆ। ਜਿਹੜੇ ਬੰਦੇ ਆ ਲੈਣ ਬੋਲਦੇ ਨਾ, ਉਹ ਬੰਦੇ ਦੁਨੀਆ ਦੇ ਸਭ ਤੋਂ ਸੁਖੀ। ਦੇਖੋ ਕੰਪਲੇਂਟ ਕਰੀ ਜਾਓ, ਮੈਂ ਆਪ ਜੀ ਨੂੰ ਐਸੇ ਲੋਕ ਮਿਲਾ ਦਾਂਗਾ YouTube ਤੇ ਨਾ। ਨੁਸਰਤ ਫਤਿਹ ਅਲੀ ਖਾਨ ਦਾ ਦੁਨੀਆ ਦਾ ਬਹੁਤ ਵੱਡਾ ਇੱਕ ਸੰਗੀਤਕਾਰ ਸਿੰਗਰ ਹੋਇਆ, ਉਹਦੇ ਵੀ ਚੈਨਲ ਦੇ ਥੱਲੇ ਵੇਖੋ ਲੋਕਾਂ ਨੇ ਥੰਮ ਡਾਊਨ ਕੀਤੇ ਆ, ਜਿਨ੍ਹਾਂ ਨੂੰ ਮਾਂ ਦਾ ਸਿਰ ਵੀ ਨਹੀਂ ਪਤਾ। ਇਹਦਾ ਮਤਲਬ ਕਿ ਲੋਕ ਬਹੁਤੇ ਸਿਆਣੇ ਨਹੀਂ ਹੈਗੇ। ਲੋਕਾਂ ਦੀ ਜੱਜਮੈਂਟ ਨਾ ਲਓ, ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਤੁਸੀਂ ਸਹੀ ਜੋ ਜਾਂ ਗਲਤ ਜੋ। ਹਾਂ, ਜੇ ਤੁਸੀਂ ਸੱਚੇ ਜੋ ਤੇ ਤੁਹਾਨੂੰ ਕਲੈਰੀਫਿਕੇਸ਼ਨ ਵੀ ਦੇਣ ਦੀ ਲੋੜ ਨਹੀਂ, ਵਕਤ ਆਊਗਾ ਆਪਣੇ ਆਪ ਹੀ ਕਲੈਰੀਫਿਕੇਸ਼ਨ ਹੋ ਜਾਏਗਾ। ਇਹੋ ਸੱਚ ਹੈ। ਠੀਕ ਹੈ ਜੀ। ਤੇ 2 ਮਿੰਟ ਰਹਿ ਗਏ, ਨੇਜਾ ਸਾਹਿਬ ਨੇ ਜਾਣਾ। ਹਾਂਜੀ ਨੇਜਾ ਸਾਹਿਬ ਬੋਲ ਦੋਗੇ ਦਾ ਉਹਦਾ। ਹਾਂ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ, ਕਹਿੰਦੇ ਹੰਸ ਮਾਲਕ ਨੇ ਪੈਦਾ ਕੀਤੇ ਆ ਭਾਈ। ਆ ਜਿਹੜੇ ਸੂਤਕ ਦੇ ਨਾਲ, ਆ ਜਿਹੜਾ ਮਨ ਦਾ ਸੂਤਕ ਆ, ਅੱਖਾਂ ਦਾ ਸੂਤਕ ਆ, ਕੰਨਾਂ ਦਾ ਸੂਤਕ ਆ, ਇਹ ਸਾਰੇ ਸੂਤਕ ਦੀ ਵਜ੍ਹਾ ਦੇ ਨਾਲ, ਜਿਹੜੇ ਅਵਗੁਣਾਂ ਦੀ ਵਜ੍ਹਾ ਦੇ ਨਾਲ ਜਿਹੜੇ ਹੈਗੇ ਉਹ ਹੰਸ ਜਿਹੜੇ ਹੈਗੇ ਬਗਲੇ ਬਣ ਜਾਂਦੇ ਆ ਭਾਈ, ਔਰ ਜਿਹੜੇ ਜਮ ਦੀ ਪੁਰੀ ਦੇ ਵਿੱਚ, ਜਮ ਦੇ ਅੜਿੱਕੇ ਜੂਨਾਂ ਦੇ ਵਿੱਚ ਜਾਂਦੇ ਆ। ਹੁਣ ਇਸ ਤੋਂ ਅੱਗੇ ਜਿਹੜੇ ਹੈਗੇ ਹੋਰ ਮਹਾਰਾਜ ਕਲੈਰੀਫਾਈ ਕਰ ਰਹੇ ਆ। ਮਹੱਲਾ ਪਹਿਲਾ, ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਸਭ ਤੋਂ ਵੱਡਾ ਸੂਤਕ ਭਰਮ ਆ ਭਾਈ, ਭਰਮ। ਸਭ ਤੋਂ ਵੱਡਾ ਸੂਤਕ ਆ ਹੈਗਾ ਕਿ ਜੋ ਮਾਲਕ ਨੇ ਜਿਹੜੀ ਹੈਗੀ ਆ ਇਹ ਪ੍ਰਕਿਰਤੀ ਬਣਾਈ ਹੋਈ ਆ, ਇਹ ਪ੍ਰਕਿਰਤੀ ਜਿਹੜੀ ਆ ਮਾਲਕ ਨੇ ਬਣਾਈ ਆ। ਮਾਲਕ ਹੈਗਾ ਇਹਦਾ ਕਰਤਾ। ਆਪਾਂ ਪ੍ਰਕਿਰਤੀ ਜਿਹੜੀ ਹੈਗੀ ਉਹਨੂੰ ਮਾਣ ਦੇ ਦਿੰਦੇ ਆ, ਔਰ ਮਾਲਕ ਜਿਹੜਾ ਹੈਗਾ ਉਹਨੂੰ ਪਾਸੇ ਕਰ ਦਿੰਦੇ ਆ। ਸਭ ਤੋਂ ਵੱਡਾ ਆ ਸੂਤਕ ਹੈਗਾ। ਸਭੋ ਸੂਤਕ ਭਰਮ ਹੈ, ਦਾਸੀ ਸੰਗਤ ਪ੍ਰਭੂ ਤਿਆਗ। ਦਾਸੀ ਦੀ ਸੰਗਤ ਕਰਦੇ ਆ ਔਰ ਪਰਮਾਤਮਾ ਨੂੰ ਤਿਆਗ ਦਿੰਦੇ ਆ। ਆ ਸਭ ਤੋਂ ਵੱਡਾ ਸੂਤਕ ਆ ਭਾਈ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤੇ ਜੰਮਣਾ ਤੇ ਮਰਨਾ ਜਿਹੜਾ ਮਾਲਕ ਦਾ ਹੁਕਮ ਹੈ, ਮਾਲਕ ਨੇ ਭੇਜਿਆ, ਮਾਲਕ ਨੇ ਸਰੀਰ ਦਿੱਤਾ ਹੈ ਤੈਨੂੰ ਭਾਈ, ਉਹਦਾ ਪਾਣਾ ਹੈਗਾ। ਤੇ ਆਉਂਦਾ ਇਹ ਜੂਨਾਂ ਦੇ ਵਿੱਚ ਇਨਸਾਨ ਆਉਂਦਾ ਹੈ, ਜਾਂਦਾ ਹੈ। ਜੇ ਮਾਲਕ ਦੀ ਭਗਤੀ ਕਰਾਂਗੇ ਤੇ ਆਪ ਭਰਮ ਨੂੰ ਬੁੱਝ ਲਵਾਂਗੇ ਤੇ ਆਪਾਂ ਨਿਕਲ ਜਾਵਾਂਗੇ ਇਸ ਤੋਂ। ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਨ ਰਿਜ਼ਕ ਸੰਭਾਹੇ। ਔਰ ਮਾਲਕ ਨੇ ਜਿਹੜਾ ਹੈਗਾ ਖਾਣਾ ਪੀਣਾ ਸਾਰਾ ਜੋ ਵੀ ਦਿੱਤਾ ਹੈ, ਮਾਲਕ ਪਰਮਾਤਮਾ ਨੇ ਹਰੇਕ ਜੀਵ ਨੂੰ ਉਹਦਾ ਇੰਡੀਵਿਜੂਅਲ ਭੋਜਨ ਮਾਲਕ ਪਰਮਾਤਮਾ ਨੇ ਦਿੱਤਾ ਹੈ। ਸਾਰਿਆਂ ਨੂੰ ਸੰਭਾਹੇ ਮਤਲਬ ਸਾਰਿਆਂ ਦਾ ਸੰਭਾਹਿਆ ਮਾਲਕ ਪਰਮਾਤਮਾ ਨੇ। ਉਹਨਾਂ ਦਾ ਸ਼ੇਰ ਦਾ ਅਲੱਗ ਆ, ਬਿੱਲੀ ਦਾ ਅਲੱਗ ਆ, ਮੱਛੀ ਦਾ ਅਲੱਗ ਆ, ਹਰੇਕ ਇਨਸਾਨ ਦਾ ਅਲੱਗ ਆ। ਸਾਰਿਆਂ ਨੂੰ ਮਾਲਕ ਨੇ ਉਹਨਾਂ ਦਾ ਭੋਜਨ ਦਿੱਤਾ ਹੋਇਆ, ਸੰਭਾਹਿਆ ਸਾਰਿਆਂ ਨੂੰ ਮਾਲਕ ਨੇ ਡਿਫਾਈਨ ਕੀਤਾ ਹੈ, ਡਿਜ਼ਾਈਨ ਕੀਤਾ ਹੈ। ਨਾਨਕ ਜਿਨਹੀ ਗੁਰਮੁਖੇ ਬੁੱਝਿਆ ਤਿੰਨਾ ਸੂਤਕ ਨਾਹੇ। ਆ ਭਾਈ ਗੁਰੂ ਹੈਗੇ, ਆ ਗੁਰੂ ਦਾ ਗਿਆਨ ਹੈਗਾ, ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਆਪਣੇ ਮਨ ਦਾ ਸੂਤਕ, ਆਪਣੀਆਂ ਇੰਦਰੀਆਂ ਦਾ ਸੂਤਕ, ਗਿਆਨ ਇੰਦਰੀਆਂ ਦਾ ਸੂਤਕ, ਔਰ ਸਭ ਤੋਂ ਵੱਡਾ ਸੂਤਕ ਹੈ ਮਾਇਆ ਦਾ, ਭਰਮ ਦਾ ਸੂਤਕ ਜਿਹੜਾ ਡੁਐਲਿਟੀ ਦਾ ਸੂਤਕ, ਜਿਨ੍ਹਾਂ ਨੇ ਬੁੱਝ ਲਿਆ ਉਹਨਾਂ ਨੂੰ ਸੂਤਕ ਨਹੀਂ ਹੈਗਾ, ਉਹ ਸੂਤਕ ਤੋਂ ਭਰੇ ਹੋ ਜਾਣਗੇ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਕੋ ਹੀ ਤੁਕ ਦੇ ਵਿੱਚ ਆਪਾਂ ਸਾਰਾ ਸਾਂਭ ਦੇਣਾ ਹੈ। ਉਹ ਕਹਿੰਦੇ ਮਾਇਆ ਦੇ ਵਿੱਚ ਤੁਸੀਂ ਜੇਕਰ ਜੀਵਨ ਬਤੀਤ ਕਰਦੇ ਜੋ, ਤੁਸੀਂ ਆਤਮਾ ਨੂੰ ਨਹੀਂ ਲੱਭਦੇ, ਪਰਮਾਤਮਾ ਦੇ ਬਾਰੇ ਤੁਹਾਡਾ
ਗਿਆਨ ਜ਼ੀਰੋ ਹੈ, ਸਭ ਤੋਂ ਵੱਡਾ ਭਰਮ ਹੈ। ਬਾਕੀ ਸਾਰੇ ਕਹਿੰਦੇ ਬਾਅਦ ਚ ਆਉਂਦੇ। ਬਾਣੀ ਚ ਵੀ ਲਿਖਿਆ ਹੈ, ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਨ ਸਭੇ ਰੋਗ। ਜਦੋਂ ਆਪਾਂ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਾਂ, ਬਸ ਕੰਮ ਸ਼ੁਰੂ ਹੋ ਗਿਆ। ਫਿਰ ਆਪਾਂ ਕੀ ਬਣ ਜਾਂਦੇ, ਮਨਮੁਖ ਬਣ ਜਾਂਦੇ ਆ, ਪਿੱਠ ਕਰ ਲੈਂਦੇ ਰੱਬ ਵੱਲ ਤੇ ਮਾਇਆ ਵੱਲ ਮੂੰਹ ਕਰਕੇ। ਤੇ ਮਾਇਆ ਤੇ ਕਹਿੰਦੀ ਆ ਜਾ, ਮੈਂ ਕਦੋਂ ਮਨਾ ਕਰਦੀ ਆ, ਕਈ ਜਨਮ ਤੇਰੇ ਮੈਂ ਖਾਧੇ ਆ, ਇਹ ਵੀ ਖਾ ਜਾਊਂਗੀ, ਆ ਜਾ। ਤੇ ਫਿਰ ਤੇ ਉਹ ਤੇ ਆਪਣੀ ਮਰਜ਼ੀ ਹੈ ਬਈ, ਉਹਦੇ ਚ ਕੋਈ ਗੜਬੜ ਨਹੀਂ। ਜੋ ਪ੍ਰਕਿਰਤੀ ਦਾ ਵਿਧਾਨ ਹੈਗਾ, ਜੇਕਰ ਆਪਾਂ ਉਹਨੂੰ ਫੋਲੋ ਨਹੀਂ ਕਰਦੇ ਤੇ ਉਹਦਾ ਜੋ ਵੀ ਰਿਜ਼ਲਟ ਨਿਕਲੇਗਾ ਉਹ ਸਾਨੂੰ ਭੋਗਣਾ ਪਵੇਗਾ। ਇਹਦੇ ਵਿੱਚ ਗਰੰਟੀ ਹੈ, ਪੱਕਾ ਭੋਗਾਂਗੇ। ਜੇਕਰ ਆਪਾਂ ਗਲਤ ਤਰੀਕੇ ਨਾਲ ਜੀਵਨ ਬਤੀਤ ਕਰਦੇ ਹਾਂ, ਔਰ ਜੇਕਰ ਸਹੀ ਤਰੀਕੇ ਨਾਲ ਆਤਮਾ ਤੱਤ ਨੂੰ ਜਾਣ ਲੈਂਦੇ ਹਾਂ, ਲੱਭ ਲੈਂਦੇ ਹਾਂ, ਤੇ ਮਨ ਨੂੰ ਗਤੀਹੀਨ ਕਰ ਲੈਂਦੇ ਹਾਂ, ਤੇ ਫਿਰ ਆਪਾਂ ਮੁਕਤ ਹੋ ਜਾਂਦੇ ਹਾਂ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਅੱਗੇ ਜਿਹੜੀ ਇਹ ਪੌੜੀ ਆ ਗਈ ਜੀ, ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਕਹਿੰਦੇ ਦੇਖ ਲਾ ਪਿਆਰਿਆ, ਜੇ ਤੂੰ ਇਹ ਭਰਮ ਚੋਂ ਨਿਕਲਣਾ ਹੈ, ਸੂਤਕ ਤੋਂ ਨਿਕਲਣਾ ਹੈ ਪਿਆਰਿਆ, ਤੇ ਉਹ ਮਾਲਕ ਪਰਮਾਤਮਾ ਨੂੰ ਸਲਾਉਣਾ ਕਰ ਲਾ। ਉਹ ਮਾਲਕ ਪਰਮਾਤਮਾ ਜਿਹੜਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੋਈ ਆ, ਉਸੇ ਨੂੰ ਸਲਾਉਣ ਦੇ ਨਾਲ ਜਿਹੜਾ ਹੈਗਾ ਇਸ ਖੇਡ ਤੋਂ ਬਾਹਰ ਨਿਕਲ ਸਕਦਾ ਹੈ, ਇਸ ਸੂਤਕ ਤੋਂ ਬਾਹਰ ਨਿਕਲ ਸਕਦਾ ਹੈ। ਔਰ ਇਹਦੇ ਵਾਸਤੇ ਤੈਨੂੰ ਜਿਹੜਾ ਹੈਗਾ ਸਤਿਗੁਰੂ ਜਿਹੜੇ ਹੈਗੇ, ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਤੋਂ ਗਿਆਨ ਲੈਣਾ ਪੈਣਾ ਹੈ। ਉਹਨਾਂ ਨੂੰ ਪਹਿਲਾਂ, ਸਭ ਤੋਂ ਪਹਿਲਾਂ ਉਹਨਾਂ ਬ੍ਰਹਮ ਗਿਆਨੀਆਂ ਦੇ ਗਿਆਨ ਨੂੰ ਸਭ ਤੋਂ ਉੱਚਾ ਸਮਝਣਾ ਪੈਣਾ ਆ, ਔਰ ਉਹਨੂੰ ਉਹਦੇ ਅਨੁਸਾਰ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਸਲਾਉਣਾ ਪੈਣਾ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਇਹ ਸਤਿਗੁਰੂ ਦੇ ਵਿੱਚ, ਸਤਿਗੁਰੂ ਤੋਂ ਗਿਆਨ ਲੈਣ ਦੇ ਨਾਲ ਤੇਰਾ ਜੀਵਨ ਜਿਹੜਾ ਹੈਗਾ ਉੱਚਾ ਹੋ ਸਕਦਾ ਹੈ, ਵੱਡਾ ਹੋ ਸਕਦਾ ਹੈ। ਔਰ ਸਹਿ ਮੇਲੇ ਤਨ ਅਦਰੀ ਆਈਆਂ। ਔਰ ਸਤਿਗੁਰੂ ਨੂੰ ਮਿਲਾਉਣਾ ਇਹ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਕੰਮ ਹੈ, ਸਹਿ ਦਾ ਕੰਮ ਹੈ। ਉਹਨੇ ਮਿਲਾਉਣਾ ਹੈ, ਤੇਰੇ ਸ਼ੌਹ ਨੇ। ਜੇ ਤੂੰ ਡਿਮਾਂਡ ਕਰੇਗਾ ਤੇ ਉਹ ਮਿਹਰ ਕਰੂਗਾ ਤੇ ਤੈਨੂੰ ਗੁਰੂ ਮਿਲਾ ਦੇਗਾ। ਜਾਂ ਤਿਸ ਪਾਣਾ ਤਾਂ ਮਨੇ ਵਸਾਈਆਂ। ਔਰ ਫਿਰ ਜਿਹੜਾ ਹੈਗਾ ਉਹ ਜਿਹੜੀ ਹੈਗੀ ਗੁਰੂ ਦੀ ਮੱਤ ਜਿਹੜੀ ਹੈਗੀ, ਗੁਰਮੱਤ ਜਿਹੜੀ ਹੈਗੀ ਆ, ਉਹ ਤੇਰੇ ਮਨ ਦੇ ਵਿੱਚ ਵਸ ਜਾਏਗੀ। ਜੋ ਗੁਰੂ ਕਹਿ ਰਿਹਾ ਹੈ, ਫਿਰ ਤੂੰ ਜਿਹੜਾ ਹੈਗਾ ਤੇਰੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਵਸ ਗਿਆ, ਤੇ ਫਿਰ ਤੂੰ ਉਹ ਕੰਮ ਕਰੇਗਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਇਸ ਤਰੀਕੇ ਦੇ ਨਾਲ ਫਿਰ ਗੁਰੂ ਦੀ ਮੱਤ ਜਿਹੜੀ ਹੈਗੀ ਤੇਰੇ ਮੱਥੇ ਤੇ ਆ ਗਈ। ਆਹ ਗੁਰੂ ਦਾ ਹੱਥ ਆ ਗਿਆ ਤੇਰੇ ਮੱਥੇ ਦੇ ਉੱਤੇ, ਤੇ ਤੇਰੇ ਅੰਦਰੋਂ ਜਿਹੜੀਆਂ ਇਹ ਸੂਤਕ ਜਿਹੜੀਆਂ ਬੁਰਾਈਆਂ ਜਿਹੜੀਆਂ ਹੈਗੀਆਂ, ਇਸ ਤਰੀਕੇ ਦੇ ਨਾਲ ਗੁਰੂ ਨੇ ਕੱਢ ਦੇਣੀਆਂ ਇਹ ਪਾਏ, ਆਪਣਾ ਗਿਆਨ ਦੇ ਕੇ। ਸ਼ਹਿਦ ਉੱਠੇ ਨੌ ਨਿਤ ਪਾਈਆਂ। ਆਹ ਪਰਮਾਤਮਾ ਹੈ, ਪਰਮਾਤਮਾ ਟੁੱਟ ਜਾਂਦਾ ਹੈ ਭਾਈ, ਇਸ ਤਰੀਕੇ ਨਾਲ ਟੁੱਟਦਾ ਹੈ। ਤੇ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ ਪਾਏ, ਜਿਹੜਾ ਇਸ ਤਰ੍ਹਾਂ ਭਗਤੀ ਕਰਦਾ ਹੈ, ਜਿਹੜਾ ਗੁਰੂ ਦੇ ਅਨੁਸਾਰ ਜਿਹੜਾ ਬ੍ਰਹਮ ਗਿਆਨ ਲੈ ਕੇ ਔਰ ਉਸ ਮਾਲਕ ਪਰਮਾਤਮਾ ਨੂੰ ਸਲਾਉਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਫਿਰ ਉਹ ਕਹਿ ਰਹੇ ਨੇ ਕਿ ਪਹਿਲੀ ਗੱਲ ਤੇ ਹੈ ਕਿ ਉਹ ਆਪਾਂ ਉਹਨਾਂ ਦੀ ਸੰਗਤ ਕਰਨੀ ਹੈ ਜਿਹੜੇ ਆਤਮਾ ਤੱਤ ਨੂੰ ਜਾਣਦੇ ਨੇ, ਜਿਹੜੇ ਇਕੱਲੇ ਪਰਾ ਵਿਦਿਆ ਨਹੀਂ ਜਾਣਦੇ, ਅਪਰਾ ਤੇ ਪਰਾ ਦੋਨਾਂ ਨੂੰ ਜਾਣਦੇ। ਠੀਕ ਹੈ ਜੀ। ਫਿਰ ਕੀ ਹੋਊਗਾ? ਫਿਰ ਉਹ ਸਾਰਾ ਕੰਮ ਆਪਣੇ ਆਪ ਹੀ ਹੋ ਜਾਊਗਾ। ਫਿਰ ਕਿਉਂ ਸਹੀ ਹੋਊਗਾ? ਕਿਉਂਕਿ ਪਰਮਾਤਮਾ ਨੇ ਇਹੋ ਹੀ ਵਿਧੀ ਬਣਾਈ ਆ, ਇਹੋ ਦਾ ਵਿਧਾਨ ਤੇ ਇਹੋ ਦਾ ਤਰੀਕਾ ਹੈ। ਦੇਖੋ ਜਿਹੜਾ ਬੰਦਾ ਪਰਮਾਤਮਾ ਨੂੰ ਛੱਡ ਕੇ ਹੋਰ ਜਗ੍ਹਾ ਤੇ ਘੁੰਮ ਰਿਹਾ ਹੈ, ਉਹ ਸੁਖੀ ਨਹੀਂ ਹੋ ਸਕਦਾ, ਕਿਤੇ ਸੁਖੀ ਨਹੀਂ ਹੋਊਗਾ। ਜੋ ਮਰਜ਼ੀ ਕਰਕੇ ਦੇਖ ਲੈ, ਜੇਕਰ ਸੁਖੀ ਹੈ ਤੇ ਮੈਨੂੰ ਫੋਨ ਕਰ ਸਕਦਾ, ਨਹੀਂ ਸੁਖੀ ਹੋ ਸਕਦਾ, ਉਹ ਕਿਤੇ ਸੁੱਖ ਹੈਗਾ ਹੀ ਨਹੀਂ। ਪਰਮਾਤਮਾ ਦੇ ਘਰ 'ਚ ਹੀ ਸੁੱਖ ਆ। ਜਦੋਂ ਤੁਸੀਂ ਉੱਥੇ ਜਾਂਦੇ ਜੋ, ਉੱਥੇ ਉਹਦਾ ਹੁਕਮ, ਉਹਦਾ ਭਾਣਾ ਮੰਨਦੇ ਜੋ, ਫਿਰ ਤੁਹਾਡੇ ਅੰਦਰ ਨਾ ਇੱਕ ਠਹਿਰਾਓ ਆਉਂਦਾ ਹੈ। ਸਹਿਜ ਅਵਸਥਾ ਕਹਿੰਦੇ ਆ, ਗ੍ਰੰਥਾਂ ਦੇ ਵਿੱਚ ਲਿਖੀ ਹੈ। ਅਨਮਨੀ ਅਵਸਥਾ ਕਹਿ ਲਓ, ਸਭ ਸਹਿਜ ਕਹਿ ਲਓ, ਇਹ ਸਭ ਉਸ ਪਰਮਾਤਮਾ ਦੀ ਵਡਿਆਈ ਆ। ਫਿਰ ਉਹ ਆਤਮਾ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਭਗਤੀ ਦੇ ਵਿੱਚ, ਤੇ ਜਿਹੜਾ ਚੇਤਨ ਹੈ ਨਾ, ਦੇਖੋ ਜੜ ਤੇ ਚੇਤਨ ਇਕੱਠੇ ਚੱਲਦੇ ਆ। ਚੇਤਨ ਤੋਂ ਬਿਨਾਂ ਜੜ 'ਚ ਸ਼ਕਤੀ ਨਹੀਂ ਆ। ਜੜ ਉਦਾਂ ਹੀ ਪਿਆ। ਜਦੋਂ ਵੇਖੋ ਚੇਤਨ ਦਾ ਸੰਪਰਕ ਟੁੱਟ ਜਾਂਦਾ ਨਾ ਜੜ ਦੇ ਨਾਲੋਂ, ਜੜ ਦੇ 3 ਤੱਤ ਜਦੋਂ ਹਿੱਲ ਜਾਂਦੇ ਆ ਤੇ 2 ਤੱਤ ਰਹਿ ਜਾਂਦੇ, ਫਿਰ ਸਰੀਰ ਉੱਥੇ ਹੀ ਰਹਿ ਜਾਂਦਾ। ਫਿਰ ਕਹਿੰਦੇ ਚਰਨਜੀਤ ਦਾ ਸਰੀਰ ਆ, ਇਹਦਾ ਇਸ਼ਨਾਨ ਕਰ ਦੋ, ਇਹਨੂੰ ਕੱਪੜੇ ਪਵਾ ਦੋ, ਇਹਦਾ ਸੰਸਕਾਰ ਕਰ। ਫਿਰ ਚਰਨਜੀਤ ਇਹਦਾ ਮਤਲਬ ਅੰਦਰ ਰਹਿੰਦਾ ਸੀ, ਉਹ ਚਰਨਜੀਤ ਗਿਆ। ਇਹ ਜੜ ਜਿਹੜਾ ਚਰਨਜੀਤ ਬੋਲਣ ਦਿਆ ਹੈ, ਚੇਤਨ ਦੇ ਰਾਹੀਂ ਬੋਲਣ ਦਿਆ। ਚੇਤਨ ਤੋਂ ਬਿਨਾਂ ਜੜ 'ਚ
ਮਤਲਬ ਸ਼ਕਤੀ ਨਹੀਂ ਆਉਂਦੀ। ਉਹ ਬਾਣੀ ਕਹਿੰਦੀ ਕਿ ਜੋ ਵੀ ਚੇਤਨ ਹੈਗਾ ਨਾ ਤੁਹਾਨੂੰ ਦਿਖਦਾ ਪਿਆ, ਇਹ ਸਭ ਉਹਦੇ ਪਿੱਛੇ ਇਹ ਜੜ ਜਿਹੜਾ ਵੀ ਬੋਲਣ ਦਿਆ ਵਾ, ਚਾਹੇ ਰੁੱਖ ਦੇ ਰੂਪ ਚ ਆ, ਪਾਣੀ ਦੇ ਰੂਪ ਚ ਆ, ਹਵਾ ਦੇ ਰੂਪ ਚ ਆ, ਇਹ ਉਹ ਚੇਤਨ ਹੈ। ਇਹਦੇ ਮਗਰ ਬਿਲਕੁਲ ਬਿਲਕੁਲ ਚੇਤਨ ਹੈਗਾ। ਹਾਂ, ਔਰ ਜਦੋਂ ਇਹ ਚੇਤਨ ਦੇ ਵਿੱਚ ਜੜ ਬਿਨਸ ਜਾਂਦਾ ਹੈ, ਜਦੋਂ ਮਹਾਪਰਲੋ ਆਉਂਦੀ ਹੈ, ਫਿਰ ਇਹ ਜੜ ਸਾਰਾ ਉਹ ਆਤਮਾ ਚ ਚਲ ਜਾਂਦਾ ਹੈ, ਫਿਰ ਆਤਮਾ ਚ ਲੀਨ ਹੋ ਜਾਂਦਾ। ਫਿਰ ਬ੍ਰਹਮ ਪਤਾ ਨਹੀਂ ਕਿੰਨਾ ਚਿਰ ਸਮਾਧੀ ਲੀਨ ਪਤਾ ਨਹੀਂ ਕੀ ਕਰਦਾ ਰਹਿੰਦਾ, ਉਹਦੀ ਮਰਜ਼ੀ ਹੈ। ਐਡਾ ਵੱਡਾ ਤੇ ਆਪਾਂ ਨਹੀਂ ਜਾਣ ਸਕਦੇ, ਇਹ ਉਹੀ ਜਾਣਦਾ। ਅਸੀਂ ਅੰਦਾਜ਼ੇ ਲਾਉਂਦੇ ਹਾਂ, ਸਾਨੂੰ ਨਹੀਂ ਪਤਾ। ਹੁਣ ਇੱਥੇ ਉਹ ਕਹਿ ਰਹੇ ਨੇ ਕਿ ਜਿਹੜੀ ਤੇਰੇ ਅੰਦਰ ਪੈਨਸਲ ਆ, ਜਿਹੜੀ ਮੋਟੀ ਹੋ ਗਈ ਆ, ਜਿਹੜੀ ਬਰਾਬਰ ਨਹੀਂ ਲਿਖਦੀ ਪਈ, ਇਹਨੂੰ ਘੜ। ਇਹਨੂੰ ਘੜਨ ਦਾ ਤਰੀਕਾ ਤੇ ਇਹੋ ਹੀ ਆ, ਧਿਆਨ, ਭਗਤੀ। ਭਗਤੀ ਕਰੋ। ਭਗਤੀ ਕਰੋ ਮਤਲਬ ਜਿਹੜੀ ਮੰਜ਼ਿਲ ਆ, ਮੰਨ ਲਓ ਇੱਕ ਮੰਜ਼ਿਲ 100 ਕਿਲੋਮੀਟਰ ਤੇ ਆ, ਜੇ ਚਰਨਜੀਤ ਚੱਲੂਗਾ ਤੇ ਮੰਜ਼ਿਲ ਕਰੀਬ ਆਊਗੀ, ਜੇ ਚਰਨਜੀਤ ਨਹੀਂ ਤੁਰਿਆ ਨਾ ਤੇ ਮੰਜ਼ਿਲ ਉੱਥੇ ਖਲੋਤੀ ਹੈ। ਭਾਵੇਂ ਮੈਂ ਇੱਥੇ ਅਰਬਾਂ ਜਨਮ ਬਤੀਤ ਕਰ ਲਾਂ, ਕੋਈ ਫਰਕ ਨਹੀਂ ਪੈਂਦਾ। ਪ੍ਰਕਿਰਤੀ ਨੂੰ ਕਿਹੜੀ ਜਲਦੀ ਹੈ? ਤੁਸੀਂ ਜ਼ਿੰਦਗੀ 'ਚ ਵੇਖੋ, ਤੁਹਾਨੂੰ ਕੁਝ ਲੱਭਿਆ? ਨਹੀਂ, ਤੁਹਾਨੂੰ ਕੁਛ ਵੀ ਨਹੀਂ ਲੱਭਣਾ। ਪਿੱਛੇ ਵੇਖੋ ਕੀ ਆ, ਤੁਸੀਂ 80 ਸਾਲ ਦੇ, 70 ਸਾਲ ਦੇ, ਪਿਛਲਾ ਜੀਵਨ ਤੁਹਾਡਾ ਇੱਕ ਸੁਪਨੇ ਤੋਂ ਵੱਧ ਨਹੀਂ ਹੈ। ਤੁਸੀਂ ਕਹਿਣਾ ਕਿ ਯਾਰ ਰੌਲਾ ਵੀ ਬੜਾ ਸੀ, ਭੱਜੇ ਵੀ ਬੜੇ ਆ, ਪਰ ਪਹੁੰਚੇ ਕਿੱਥੇ ਆ? ਕਿੱਥੇ ਵੀ ਨਹੀਂ ਪਹੁੰਚੇ, ਤੁਸੀਂ ਉੱਥੇ ਖਲੋਤੇ ਜੋ। ਉਹ ਜਿਹੜੀ ਫਿਲਮ ਜੀ ਚੱਲੀ ਸੀ ਨਾ ਵਿੱਚ ਮੋਹ ਦੀ, ਉਹ ਚੱਲ ਕੇ ਤੇ ਉਹ ਫਿਲਮ ਪਤਾ ਨਹੀਂ ਕਿੱਧਰ ਨਿਕਲ ਗਈ ਹੈ। ਉਹ ਤੁਸੀਂ ਵੇਖੋ, ਤੁਹਾਨੂੰ ਤੇ ਸੀਨ ਚੋਕਲੇ ਨੇ ਬਾਹਰ ਕੱਢ ਕੇ ਰੱਖਤਾ ਵਾ। ਬਸ ਇਹ ਸਾਰਾ ਜਿਹੜਾ ਹੈਗਾ ਚੱਲ ਕੇ ਆਪਾਂ ਉੱਥੇ ਦੇ ਉੱਥੇ ਹੀ ਰਹਿ ਗਏ ਆ, ਤੇ ਇੱਥੇ ਸਮਾਂ ਜਿਹੜਾ ਹੈਗਾ ਆਪਣਾ ਪੇਪਰ ਖੋਲਿਆ ਹੈ, ਪੱਲੇ ਕੁਛ ਹੈ ਨਹੀਂ। ਉਹਦੇ ਕਰੈਕਟਰ ਸੀ ਵਿੱਚ ਆਏ ਸੀ, ਟਿੰਕੂ ਮਿੰਕੂ ਚਿੰਕੂ, ਲਵਲੀ ਤੇ ਬਬਲੀ, ਉਹ ਕਿੱਧਰ ਗਏ? ਉਹ ਤੇ ਨਿਕਲ ਗਏ। ਉਹ ਤੁਸੀਂ ਕਹਿੰਦੇ ਯਾਰ ਸਟੇਜ ਤੇ ਖਾਲੀ ਦੀ ਖਾਲੀ ਆ, ਸ਼ੁਰੂ ਤੋਂ ਵੀ ਖਾਲੀ ਸੀ, ਆ ਰੌਲਾ ਜਿਹਾ ਬੜਾ ਪਿਆ ਸੀ ਤੇ ਇਹ ਫਿਰ ਸਟੇਜ ਖਾਲੀ ਆ। ਆਪਾਂ ਹੀ ਨਿਕਲ ਗਏ ਗੋਰਕੀ ਸਾਹਿਬ। ਉਹ ਤੁਹਾਨੂੰ ਤੇ ਨਾਲ ਪੁਰਜੇ ਨੂੰ ਪੁਰਾਣਾ ਇੰਜ ਦਾ ਪੁਰਜਾ ਨਹੀਂ ਕੱਢ ਕੇ ਅਗਲਾ ਸਾਈਡ ਤੇ ਰੱਖਦਾ ਵਾ। ਉਹ ਕਹਿੰਦੇ ਕਿ ਹਾਂ ਗੱਡੀ ਵਧੀਆ ਤੂੰ ਸੈੱਟ ਕੀਤੀ ਆ, ਪਰ ਹੁਣ ਨਹੀਂ ਤੇਰੀ ਲੋੜ, ਤੂੰ ਸਾਈਡ ਤੇ ਹੋ ਜਾ। ਬਹੁਤ ਹੋ ਗਿਆ ਤੇਰਾ ਰੌਲਾ। ਪਹਿਲਾਂ ਬੜਾ ਰੌਲਾ ਪਾਉਂਦਾ, ਫਿਰ ਜਿਹੜਾ ਨਹੀਂ ਮੰਨਦਾ ਵਿਚਾਰਾ ਹੋਏ ਬੁੱਢਾ ਹੋ ਜਾਂਦਾ। ਉਹ ਕਹਿੰਦੇ ਇਹਨੂੰ ਉਹ ਕਮਰੇ 'ਚ ਵੜ ਜਿੱਥੇ ਇਹਦੀ ਆਵਾਜ਼ ਨਾ ਆਵੇ, ਚੱਲ ਪਿੱਛੇ। ਤੇ ਆਪਣੇ ਛਕੜੇ ਨੂੰ ਪਰੇ ਲੈ ਜਾ ਪਾਏ। ਹੁਣ ਨਵੇਂ ਡਿਜ਼ਾਈਨ ਦੀਆਂ ਗੱਡੀਆਂ ਆ ਗਈਆਂ, ਹੁਣ ਕੰਪਿਊਟਰ ਲੱਗਿਆ ਹੋਇਆ। ਇਹ ਕਹਿੰਦੇ ਕਿ ਇਹ ਸੰਸਾਰ ਆ ਏਦਾਂ ਹੀ, ਇਹ ਤੇ ਨਹੀਂ ਡਾਂਗਾਂ ਫਿਰਦੀਆਂ, ਫਿਰ ਵੀ ਜੀਵਨ ਇੱਥੋਂ ਨਿਕਲਦਾ ਨਹੀਂ। ਮੋਹ ਹੈਗਾ, ਇੰਨਾ ਮੋਹ ਆ, ਬੰਦੇ ਨੂੰ ਡਾਂਗਾਂ ਪੈਂਦੀਆਂ ਫਿਰ ਵੀ ਨਹੀਂ ਨਿਕਲਦਾ। ਵੇਖਾ ਉਹ ਝੋਟਾ ਬਣ ਕੇ ਤੁਰਿਆ ਫਿਰਦਾ, ਬਲਦ ਬਣ ਕੇ ਮਕਾਨ 'ਚ ਘੁੰਮਦਾ, ਕਿਤੇ ਕੁੱਤਾ ਬਣ ਜਾਂਦਾ ਹੈ। ਇਹਨੂੰ ਕਹਿੰਦੇ ਵਾਸਨਾਵਾਂ, ਇੱਛਾਵਾਂ। ਬਿਲਕੁਲ, ਇਹ ਬੰਦੇ ਨੂੰ ਇਹ ਨਹੀਂ ਨਿਕਲ ਦਿੰਦੀਆਂ। ਬ੍ਰਹਮ ਗਿਆਨੀ ਜਿਹੜਾ ਹੁੰਦਾ, ਉਹਨੇ ਕੀ ਕੀਤਾ? ਜਿਉਂਦੇ ਜੀ ਉਹ ਵਾਸਨਾਵਾਂ ਤੋਂ ਮੁਕਤ ਹੋ ਗਿਆ। ਆਹੀ ਤਾਂ ਮੁਕਤੀ ਹੈ ਗੋਰਕੀ ਸਾਹਿਬ। ਹੋਰ ਮੁਕਤੀ ਕਾਹਦੇ ਤੋਂ ਚਾਹੀਦੀ ਆ? ਹੋਰ ਆਪਾਂ ਕਿੱਥੋਂ ਮੁਕਤ ਹੋਣਾ ਚਾਹੀਦਾ? ਹੁਣ ਕਿੱਥੋਂ ਮੁਕਤ ਹੋਣਾ? ਪਤਾ ਨਹੀਂ। ਉਹ ਲੋਕੀ ਕਹਿੰਦੇ ਸਵਰਗ 'ਚ ਜਾਓ, ਉਹ ਕਿਹੜਾ ਸਵਰਗ ਹੈ? ਇਹ ਵੀ ਸਵਰਗ ਹੈ। ਆਹੀ ਮੁਕਤੀ ਹੈ। ਸਵਰਗ ਕਿੱਥੇ ਹੈ? ਆਹੀ ਮੁਕਤੀ ਹੈ ਬਸ। ਆਹੋ, ਏਦਾਂ ਮੈਨੂੰ ਫੋਨ ਆਇਆ, ਕਹਿੰਦੇ ਕਿ ਇੱਕ ਜੀ ਸਤਯੁਗ ਵੀ ਹੈਗਾ, ਕਲਯੁਗ ਹੈਗਾ, ਦੁਆਪਰ ਹੈਗਾ, ਤ੍ਰੇਤਾ ਹੋਗਾ। ਉਹ ਮੈਂ ਕਿਹਾ ਭਾਜੀ ਕਿਹੜੇ ਯੁਗਾਂ ਦੀ ਗੱਲ ਕਰਦੇ ਜੋ? ਉਹ ਇੱਥੇ ਹੀ ਤੁਸੀਂ ਬੈਠੇ ਜੋ। ਕਈ ਬੰਦੇ ਸਤਯੁਗ 'ਚ ਜੀਵਨ ਬਤੀਤ ਕਰ ਰਹੇ, ਕਈ ਤ੍ਰੇਤੇ 'ਚ, ਅੱਗੇ ਦੁਆਪਰ 'ਚ, ਤੇ ਕਈ ਕਲਯੁਗ 'ਚ ਬੈਠੇ ਆ। ਤੁਸੀਂ ਲੜਾਈਆਂ ਕਰੋ, ਲੋਕਾਂ ਨੂੰ ਗਾਲਾਂ ਕੱਢੋ, ਤੁਸੀਂ ਕਲਯੁਗ 'ਚ। ਬਿਲਕੁਲ। ਤੁਸੀਂ ਭਗਤੀ ਕਰੋ, ਤੁਸੀਂ ਸਤਯੁਗ 'ਚ। ਹੁਣ ਤੁਸੀਂ ਵੇਖ ਲਓ, ਰੱਥ ਵੇਖਿਆ ਨਾ, ਰੱਥ ਤੇ ਰਥਵਾਨ, ਜਿਹੜਾ ਰਥਵਾਨ ਜਾਂ ਰੱਥ ਤੁਹਾਡੇ ਕੋਲ ਹੈਗਾ, ਤੁਸੀਂ ਉਸ ਯੁੱਗ 'ਚ ਬੈਠੇ ਜੋ। ਬਿਲਕੁਲ ਸਹੀ ਗੱਲ ਹੈ। ਕਿਹੜੇ ਯੁੱਗਾਂ ਦੀ ਗੱਲ ਕਰਦੇ? ਮੈਂ ਕਿਹਾ ਇੱਥੇ ਟਾਈਮ ਜਿਹੜਾ ਹੈਗਾ, ਜੀਵਾਂ ਦੇ ਵਿੱਚ ਟਾਈਮ ਆ, ਪ੍ਰਕਿਰਤੀ 'ਚ ਕੋਈ ਟਾਈਮ ਨਾਮ ਦੀ ਚੀਜ਼ ਹੀ ਨਹੀਂ। ਨਾ, ਕੋਈ ਰੱਬ ਕੋਲ ਟਾਈਮ ਨਹੀਂ ਹੈਗਾ। ਟਾਈਮ ਸਾਡੇ ਕੋਲ ਆ, ਅਸੀਂ ਟਾਈਮ 'ਚ ਬੈਠੇ ਆ। ਆਪਾਂ ਟਾਈਮ ਬਾਉਂਡ ਹੈਗੇ ਬਸ। ਹਾਂ, ਉੱਥੇ ਕੋਈ ਘੜੀ ਕੁੜੀ ਨਹੀਂ ਹੈਗੀ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ, ਬਹੁਤ ਵਧੀਆ ਗੋਰਖ ਸਾਹਿਬ, ਬਹੁਤ ਕਮਾਲ ਹੋਈ ਪਈ ਹੈ। ਹਾਂਜੀ, ਸ਼ੁਕਰ ਹੈ ਜੀ, ਪ੍ਰਮਾਤਮਾ ਆਪ ਦੇਣ ਵਾਲਾ। ਅਸੀਂ ਤੇ ਅਰਦਾਸ ਹੀ ਕਰਦੇ ਹਾਂ ਕਿ ਮੇਰੇ ਪਿਤਾ ਕੋਈ ਲਫ਼ਜ਼ ਵਧੀਆ ਨਿਕਲ ਜੇ, ਕੋਈ ਇਹਨਾਂ ਦੇ ਦਿਲ 'ਚ ਬਹਿ ਜੇ, ਕੋਈ ਬੰਦਾ ਉਸ ਚੀਜ਼ ਨੂੰ ਸਮਝ ਲਏ, ਆਪਣੀ ਪੈਨਸ਼ਨ ਨੂੰ ਘੜ ਲਓ, ਤੁਸੀਂ ਬਾਹਰ ਆ ਜਾਓ, ਗੱਲ ਖਤਮ ਹੋ ਗਈ। ਜਦੋਂ ਤੁਸੀਂ ਪੈਨਸ਼ਨ ਨੂੰ ਘੜ ਲਿਆ ਨਾ, ਹੋਣਾ ਕੀ ਆ? ਫਿਰ ਤੁਸੀਂ ਲਿਖੋਗੇ ਨਾ ਤੇ ਪੜ੍ਹਿਆ ਜਾਣਾ ਵਾ। ਹੁਣ ਜੋ ਤੁਸੀਂ ਲਿਖਦੇ ਪਏ ਜੋ ਨਹੀਂ ਪੜ੍ਹਿਆ ਜਾ ਰਿਹਾ, ਪ੍ਰੋਬਲਮ ਆ। ਬਿਲਕੁਲ, ਤੇ ਗਲਤ ਲਿਖ ਰਹੇ ਜੋ। ਪਰਮਜੀਤ ਕੁਝ ਕਹਿਣਾ ਚਾਹੁੰਦੇ ਸ਼ਾਇਦ? ਪਰਮਜੀਤ ਨਹੀਂ, ਵੈਸੇ ਹੀ ਆ ਰਿਹਾ ਇਹਨਾਂ ਦਾ।
ਕੋਈ ਗੱਲ ਨੀ, ਕੋਈ ਅੱਜ ਦੇ ਵਿਚਾਰ ਇੱਥੇ ਨਿੱਜਰ ਸਾਹਿਬ ਬੜੀ ਮਿਹਰਬਾਨੀ, ਤੁਹਾਡੇ 10 ਮਿੰਟ ਮੈਂ ਐਕਸਟਰਾ ਲੈ ਲੇ। ਨਹੀਂ ਮੇਰਾ ਸੁਭਾਅ ਜਿਹਾ ਵਾ, ਫਿਰ ਇੱਕਦਮ ਮੈਂ ਨਾ ਸੈਟਲਮੈਂਟ ਹੋਣ ਦੀ ਬਹੁਤ ਟਾਈਮ ਚੱਲ ਲੱਗਦਾ। ਨਹੀਂ ਗੋਰਖੇ ਸਾਹਿਬ, ਜਿਨ੍ਹਾਂ ਦੇ ਕੋਲ ਜਾਣਾ ਹੈ ਨਾ, ਉਹ ਡਾਕਟਰ ਸਾਹਿਬ ਵੀ ਇੱਥੇ ਆਪਣੇ ਵਿੱਚ ਹੀ ਹੈਗੇ ਆ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਸ਼ੁਕਰ ਹੈ, ਸ਼ੁਕਰ ਹੈ। ਮੈਂ ਸਾਧ ਸੰਗਤ ਜੀ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਵਾਅਦਾ ਕਰਦਾ, ਜੋ ਆ 85 ਸਰੀਰ ਤੁਸੀਂ ਇੱਥੇ ਬੈਠੇ ਜੋ, ਗਰੰਟੀ ਚੁੱਕਦਾ, ਜਦੋਂ ਤੁਸੀਂ ਸੰਸਾਰ ਤੋਂ ਜਾਣਾ ਨਾ, ਮੈਂ ਜਾਣਾ ਵੀ ਆ, ਪਰ ਤੁਹਾਡੇ ਚਿਹਰੇ ਤੇ ਖੁਸ਼ੀ ਹੋਣੀ ਚਾਹੀਦੀ ਹੈ ਕਿ ਉਹ ਵਸਤੂ ਮੇਰੇ ਕੋਲ ਹੈਗੀ ਹੈ। ਕਬੀਰ ਸਾਹਿਬ ਐਵੇਂ ਨਹੀਂ ਚੈਲੰਜ ਕਰਦੇ ਫਿਰਦੇ, ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਪਾਈਏ ਪੂਰਨ ਪਰਮਾਨੰਦ। ਐਸੀ ਮਰਨੀ ਜੋ ਮਰੇ ਬੁੜ ਨਾ ਮਰਨਾ ਹੋਵੇ। ਉਹ ਮਰਨਾ ਕਾਹਦਾ ਹੈ? ਇਛਾਵਾਂ ਦਾ ਮਰ ਜਾਣਾ ਹੀ ਅਸਲੀ ਮਰਨਾ ਹੈ। ਬਿਲਕੁਲ ਸਹੀ ਗੱਲ ਹੈ। ਅਸੀਂ ਕਿੱਥੋਂ ਮਰਨਾ ਵਾ? ਅਸੀਂ ਨਹੀਂ ਮਰਨਾ, ਅਸੀਂ ਤੇ ਅਮਰ ਹੈਗੇ ਆ। ਸਾਨੂੰ ਤਾਂ ਗਿਆਨ ਹੀ ਨਹੀਂ। ਸਾਡੇ ਪਿੱਛੇ ਚੇਤਨਾ ਬੈਠੀ ਆ, ਚੇਤਨਾ ਤੇ ਬ੍ਰਹਮ ਆ। ਬਿਲਕੁਲ ਬਿਲਕੁਲ ਠੀਕ ਹੈ ਜੀ। ਹਾਂ, ਬ੍ਰਹਮ ਨੇ ਕਿੱਥੇ ਜਾਣਾ? ਆਪਾਂ ਬ੍ਰਹਮ ਆ। ਹਾਂਜੀ ਪਰ ਆਪਾਂ ਕਿਹੜੇ ਬ੍ਰਹਮ ਆ? ਆਪਾਂ ਜਿਹੜੇ ਭਟਕ ਗਏ ਆ। ਬਿਲਕੁਲ। ਹਾਂਜੀ ਵੀਰ ਜੀ, ਤੁਸੀਂ ਕੁਝ ਕਹਿਣਾ ਹੈ? ਇਹ ਜੀ ਉਹ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਨ ਸਾਰਾ। ਹਾਂ, ਮੇਰੇ ਖਿਆਲ ਗੁਰੂ ਸਾਹਿਬ ਸ਼ਾਇਦ ਇਹ ਕਹਿਣਾ ਚਾਹੁੰਦੇ ਆ ਵੀ ਆਪਾਂ ਉਹ ਖਾਲਸਾ ਅਸਲੀ ਨਿਆਰਾ, ਜਿਹੜਾ ਕਾਮ ਤੋਂ, ਕ੍ਰੋਧ ਤੋਂ, ਲੋਭ ਮੋਹ ਹੰਕਾਰ ਤੋਂ ਨਿਆਰਾ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਇੱਛਾਵਾਂ ਤੋਂ ਨਿਆਰਾ ਹੈ, ਉਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਆਹ ਤੇ ਜਦੋਂ ਆਪਾਂ ਨਿਆਰੇ ਹੋ ਜਾਂਦੇ ਤੇ ਫਿਰ ਤੇ ਆਤਮਾ ਹੀ ਆ। ਉੱਥੇ ਤੇ ਦੁੱਖ ਹੈ ਨਹੀਂ, ਨਾ ਉੱਥੇ ਸੁੱਖ ਹੈਗਾ। ਉੱਥੇ ਪਰਮ ਸੁੱਖ ਹੈ, ਪਰਮ ਆਨੰਦ ਹੈ। ਉਹ ਆਨੰਦ ਜਿਹੜਾ ਖਤਮ ਨਹੀਂ ਹੁੰਦਾ। ਹਾਂਜੀ ਨਿਜਰ ਸਾਹਿਬ, ਅਕਾਲ ਪੁਰਖ ਨੇ ਬਾਣੀ 'ਚ ਪਹਿਲਾਂ ਹੀ ਲਿਖਿਆ, ਸਾਨੂੰ ਬਾਣੀ ਨੂੰ ਸਮਝਣ ਦੀ ਲੋੜ ਹੈ। ਉੱਥੇ ਅਕਾਲ ਪੁਰਖ ਨੇ ਕਿਹਾ ਜੀ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ। ਜਿੰਨੇ ਵੀ ਸਰੀਰ ਦੁਨੀਆ ਦੇ ਵਿੱਚ ਉਹਨੇ ਭੇਜੇ ਨੇ, ਆਪ ਆਪਣੀ ਬੂਝ ਵਿਚਾਰੇ। ਉਹਨੂੰ ਹਰ ਕਿਸੇ ਨੂੰ ਆਪਣੀ ਆਪਣੀ ਮੱਤ ਦਿੱਤੀ ਹੋਈ ਹੈ। ਇਹ ਬਸ ਸਮਝਣ ਦੀ ਲੋੜ ਹੈ। ਅਸੀਂ ਸਮਝਦੇ ਨਹੀਂ ਗਏ ਬਾਣੀ ਨੂੰ। ਬਾਣੀ ਨੇ ਤਾਂ ਸਾਨੂੰ ਸਭ ਕੁਝ ਦੱਸਿਆ ਹੋਇਆ ਹੈ। ਬਿਲਕੁਲ ਸਹੀ ਹੈ ਜੀ। ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ। ਜਿੰਨੀ ਛੇਤੀ ਸਮਝ ਲਾਂਗੇ ਨਾ ਆਪਾਂ, ਉਹਨੇ ਸੌਖੇ ਰਵਾਂਗੇ। ਇਹੋ ਹੀ ਪ੍ਰੋਬਲਮ ਹੈ। ਪਰ ਬੰਦਾ ਜਿਹੜਾ ਨਾ, ਬੰਦਾ ਸਮਝਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ। ਇੱਕ ਤੇ ਸੁੱਤਾ ਹੋਵੇ ਨਾ, ਤੇ ਉਹਨੂੰ ਉਠਾਉਣਾ ਬੜਾ ਆਸਾਨ ਹੈ। ਮੈਂ ਇੱਕ ਆਤਮ ਗਿਆਨ ਕਿਤਾਬ 'ਚ ਵੀ ਲਿਖੀ ਹੈ ਲਾਈਨ, ਇੱਕ ਬੰਦਾ ਸੁੱਤਾ ਹੈ, ਉਹਨੂੰ ਉਠਾਉਣਾ ਬਹੁਤ ਆਸਾਨ ਹੈ। ਉਹਨੂੰ 2-3 ਆਵਾਜ਼ਾਂ ਮਾਰੋਗੇ, ਪਰ ਜਿਹੜਾ ਸੁੱਤੇ ਹੋਣ ਦੀ ਐਕਟਿੰਗ ਕਰਦਾ ਹੈ ਨਾ, ਉਹਨੂੰ ਉਠਾਉਣਾ ਬਹੁਤ ਔਖਾ। ਜਾਣ ਬੁੱਝ ਕੇ ਨਹੀਂ ਉੱਠਣਾ ਚਾਹੁੰਦਾ। ਤੇ ਇਹ ਜਿਹੜੇ ਰਸ ਨੇ, ਭੋਗ ਨੇ, ਇਹ ਕੁਛ ਵੀ ਨਹੀਂ ਹੈਗੇ, ਇਹ ਤੇ ਛਿਲੜ ਹੈ। ਅਸਲੀ ਸੁੱਖ ਜਿਹੜਾ ਹੈ ਉਹ ਆਤਮਾ ਦਾ ਹੈ। ਬ੍ਰਹਮ ਗਿਆਨੀ ਕੀ ਕਰਦਾ ਹੈ? ਆਤਮਾ ਨੂੰ ਭੋਗਦਾ ਹੈ। ਬਿਲਕੁਲ ਸਹੀ ਗੱਲ ਹੈ। ਉਹ ਮਨ ਤੋਂ ਕਿੰਨਾ ਕਹਿੰਦਾ, ਮਨ ਤੇ ਜੜ ਹੈ ਨਾ। ਮਨ ਦੇ ਲੈਵਲ ਤੇ ਸੁੱਖ ਕਿਹੜੇ ਨੇ? ਇਹ ਐਵੇਂ ਹੀ ਆ, ਮਕਾਨ, ਕੋਠੀ, ਬੰਗਲਾ। ਉਹ ਠੀਕ ਹੈ, ਮੈਂ ਨਹੀਂ ਕਹਿੰਦਾ ਉਹਦੀ ਲੋੜ ਨਹੀਂ ਹੈ, ਲੋੜ ਹੈ, ਬਟ ਕੁਛ ਨਹੀਂ ਹੈ। ਤੁਸੀਂ ਆ ਜਿਹੜੇ ਅਮੀਰ ਬੰਦਿਆਂ ਨੂੰ ਪੁੱਛੋ ਜਾ ਕੇ ਕੀ ਬਣਿਆ, ਉਹ ਕਹਿੰਦੇ ਕੁਛ ਵੀ ਨਹੀਂ, ਭੱਜੇ ਤੇ ਬੜੇ ਆਏ ਹਾਂ, ਟੀਸੀ ਤੇ ਬਹਿਣਾ, ਟੀਸੀ ਤੇ ਬਹਿਣਾ। ਇੱਥੇ ਵਾ ਕੇ ਹੁਣ ਸੋਚਦੇ ਗਾਂ ਕੀ ਕਰੀਏ, ਕਿੱਥੇ ਜਾਣਾ, ਕਿਉਂਕਿ ਅਗਲੇ ਬੰਨੇ ਹੈ ਹੀ ਨਹੀਂ ਕੁਛ। ਫਿਰ ਅਗਲਾ ਬੰਦਾ ਸੋਚਦਾ ਕਿ ਮੈਂ ਹੀ ਅਮੀਰ ਰਹਾਂ। ਇਹ ਪ੍ਰਕਿਰਤੀ ਦੀ ਜਿਹੜੀ ਪਹੁੰਚ ਹੈ ਉਹ ਮਨ ਤੱਕ ਆ। ਮਨ ਆਖਰੀ ਬੰਧਨ ਹੈ। ਮਨ ਤੋਂ ਵੀ ਅੱਗੇ ਲੰਘ ਜਾਣਾ ਆਪਾਂ। ਨਿਰਵਿਚਾਰ ਹੋ ਗਏ ਤੁਸੀਂ ਮਨ ਤੋਂ ਗਿਆ, ਉੱਥੇ ਤੇ ਬ੍ਰਹਮ ਬੈਠਾ। ਫਿਰ ਬ੍ਰਹਮ ਦੇ ਨਾਲ ਹੀ ਤੇ ਗੋਸ਼ਟੀ ਕਰਨੀ ਹੈ। ਬ੍ਰਹਮ ਕਹਿੰਦਾ ਮੈਂ ਚੁੱਪ ਬੈਠਾ, ਤੂੰ ਵੀ ਚੁੱਪ ਬਹਿ ਕੇ ਮੇਰੀ ਗੱਲ ਕਰ ਤੇ ਮੇਰੀ ਗੱਲ ਸੁਣ। ਬ੍ਰਹਮ ਵੀ ਨਹੀਂ ਬੋਲਦਾ, ਕਹਿੰਦਾ ਤੂੰ ਵੀ ਨਾ ਬੋਲ। ਜਿੱਦਣ ਦੋਨੇ ਬਰਾਬਰ ਆ ਗਏ ਨਾ, ਬ੍ਰਹਮ ਕਹਿੰਦੇ ਰਾਮ ਕਬੀਰਾ ਏਕ ਭਏ ਤੇ ਕੋਈ ਨਾ ਛਕੇ ਪਛਾਣ। ਫਿਰ ਕਬੀਰ ਤੇ ਰਾਮ ਜਦੋਂ ਬਰਾਬਰ ਆ ਜਾਂਦੇ ਨਾ, ਪੈਰਲਲ ਹੋ ਜਾਂਦੇ। ਜਦੋਂ ਤੁਸੀਂ ਨਿਰਵਿਚਾਰ ਹੋ ਗਏ, ਇਹ ਫਿਰ ਨੁਕਤੇ ਦੀ ਗੱਲ ਜੋ ਪਲੀਜ਼ ਨੋਟ ਕਰਿਓ। ਇੱਥੇ ਕਹਿਣ ਤੇ ਬੋਲਣ ਦੀ ਨਹੀਂ ਗੱਲ, ਉਹ ਸਭ ਪ੍ਰਕਿਰਤੀ 'ਚ ਹੈ, ਥੱਲੇ ਥੱਲੇ। ਬ੍ਰਹਮ ਦੇ ਨਾਲ ਤੁਸੀਂ ਏਦਾਂ ਕਮਿਊਨੀਕੇਸ਼ਨ ਨਹੀਂ ਕਰ ਸਕਦੇ। ਉਹਦਾ ਧੰਨੇ ਭਗਤ ਨੇ ਕਿਹਾ ਉਹ ਅਲੱਗ ਚੀਜ਼ ਹੈ, ਉੱਥੇ ਵੀ ਨਾ ਜਾਇਓ। ਜਦੋਂ ਤੁਸੀਂ ਬ੍ਰਹਮ ਦੇ ਸਾਹਮਣੇ ਗਏ ਨਾ, ਆਮੇ ਸਾਹਮਣੇ, ਬ੍ਰਹਮ ਸਾਹਮਣੇ ਬੈਠਾ ਤੁਹਾਡੇ, ਤੁਸੀਂ ਬ੍ਰਹਮ ਨੇ ਤੁਹਾਨੂੰ ਘੇਰਿਆ ਹੋਇਆ ਹੈ। ਤੁਸੀਂ ਛੋਟੀ ਜਿਹੀ ਚੇਤਨਾ, ਬਹੁਤ ਛੋਟੀ, ਐਨੀ ਛੋਟੀ। ਤੁਸੀਂ ਜਾਓਗੇ ਨਾ ਜਦੋਂ ਨਿਰਵਿਚਾਰ ਹੋ ਕੇ ਆਪਣਾ ਰੂਪ ਦੇਖੋਗੇ, ਬਹੁਤ ਛੋਟੇ ਜਿਹੇ ਤੁਸੀਂ। ਫਿਰ ਬ੍ਰਹਮ ਬਹੁਤ ਵਿਸ਼ਾਲ ਹੈ। ਫਿਰ ਉਹ ਕਹਿੰਦਾ ਹੈ ਕਿ ਯਾਰ ਤੂੰ ਕਿੱਥੇ ਪਹੁੰਚ ਗਿਆ, ਬੜੀ ਵੱਡੀ ਗੱਲ ਹੋ ਗਈ। ਮੈਂ ਤੇ ਬਹੁਤ ਗੁਪਤ ਅੰਦਰ, ਇੰਨਾ ਅੰਦਰ ਬੈਠਾ ਸਾਂ ਕਿ ਤੂੰ ਮੈਨੂੰ ਕਿਤੇ ਲੱਭ ਲਿਆ। ਫਿਰ ਉੱਥੇ ਪੁੱਛਦਾ ਹੈ ਬ੍ਰਹਮ ਤੁਹਾਡੇ ਤੋਂ, ਤੁਸੀਂ ਖੁਦ ਵੀ ਕਹਿਣਾ ਯਾਰ ਇੱਥੇ ਕਿੱਥੇ ਮੈਂ ਆ ਗਿਆ, ਇਹ ਤੇ ਗੁਪਤ ਹੈ, ਇੱਥੇ ਤਾਂ ਕੋਈ ਆ ਹੀ ਨਹੀਂ ਸਕਦਾ। ਤੇ ਲੋਕਾਂ ਨੂੰ ਪਤਾ ਵੀ ਨਹੀਂ ਰਸਤੇ ਦਾ, ਬਾਹਰ ਵੀ ਲੋਕਾਂ ਨੂੰ ਤੁਸੀਂ ਰੌਲਾ ਵੀ ਪਾਓਗੇ ਆ ਜਾਓ ਆ ਜਾਓ, ਕਿਸੇ ਨੇ ਨਹੀਂ ਆਉਣਾ, ਕਿਉਂਕਿ ਉਹਨਾਂ ਕੋਲ ਪੁੰਨ ਨਹੀਂ ਹੈਗੇ। ਇੱਥੇ ਸੰਗਤ 'ਚ ਵੀ ਮੈਂ ਵੇਖਿਆ ਕਈ ਭੱਜ ਜਾਂਦੇ। ਕਿਉਂ ਭੱਜ ਜਾਂਦੇ ਆ? ਪੁੰਨ ਨਹੀਂ ਹੈਗੇ, ਉਹ ਨਹੀਂ ਟਿਕ ਸਕਦੇ, ਕਿਉਂਕਿ ਤੁਹਾਡੇ ਕੋਲ ਹੈ ਹੀ ਨਹੀਂ ਹੈ। ਤੁਸੀਂ ਗਲਤੀ ਨਾ ਆ ਗਏ ਜੋ। ਹੁਣ ਹੋਟਲ 'ਚ ਵੜ ਜਾਓ, ਤੁਹਾਡੇ ਕੋਲ ਬੁਕਿੰਗ ਨਹੀਂ ਹੈਗੀ, ਤੁਹਾਡੇ ਕੋਲ
ਉਹ ਪੈਸੇ ਨਹੀਂ ਹੈਗੇ। ਤੁਸੀਂ ਹੋਟਲ ਤੇ ਜਿੰਨੇ ਮਰਜ਼ੀ ਘੁੰਮੀ ਘੰਮੀ ਜਾਓ, ਪਰ ਤੁਸੀਂ ਰੂਮ 'ਚ ਨਹੀਂ ਵੜ ਸਕਦੇ ਨਿੱਜਰ ਸਾਹਿਬ। ਪੈਸੇ ਹੀ ਨਹੀਂ ਹੈਗੇ, ਜੇ ਪੈਸੇ ਹੋਣਗੇ ਤਾਂ ਕੁਝ ਹੋ ਸਕਦਾ। ਉਹ ਫਿਰ ਉਹ ਦਰਬਾਨ ਵੀ ਕਹਿੰਦਾ ਭਾਜੀ ਕੀ ਹੋਇਆ, ਰਾਤ ਦੇ 10-11 ਵੱਜ ਗਏ ਤੇ ਬੜੇ ਭਟਕਦੇ ਫਿਰਦੇ ਜੋ। ਉਹ ਕਹਿੰਦੇ ਭਾਈ ਅਸੀਂ ਤੇ ਉਦਾਂ ਹੀ ਆਏ ਆ। ਕਹਿੰਦਾ ਫਿਰ ਬਾਹਰ ਜਾਓ, ਉਹ ਦਰਵਾਜ਼ਾ ਜੀ ਇੱਥੇ ਤੇ ਕੋਈ ਠਹਿਰੂਗਾ ਜਿਹਦੇ ਕੋਲ ਪੈਸੇ ਹੈਗੇ ਆ। ਠੀਕ ਹੈ ਜੀ। ਪੈਸਿਆਂ ਤੋਂ ਵੀ ਇਲਾਵਾ ਤੁਹਾਡੀ ਬੁਕਿੰਗ ਹੋਣੀ ਜ਼ਰੂਰੀ ਹੈ। ਕਈ ਵਾਰ ਪੈਸੇ ਵੀ ਹੁੰਦੇ ਆ, ਬੁਕਿੰਗ ਹੀ ਨਹੀਂ ਮਿਲਦੀ। ਉਦਾਂ ਹੀ ਕਹਿੰਦੇ ਸਾਡੇ ਫੁੱਲ ਹੈ ਜੀ, ਜਾਓ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਪਲੀਜ਼ ਬਹੁਤ ਵਧੀਆ ਗੁਰਕੀ ਸਿੰਘ। ਬਾਣੀ ਨੂੰ ਸਮਝੋ। ਹਾਂ, ਪੈਨਸਲ ਕੱਢ ਲਓ, ਚੰਗੇ ਰਹੋਗੇ। ਨਹੀਂ ਕੱਢੋਗੇ ਤੇ ਫਿਰ ਜਨਮ ਫਿਰ ਦੁਬਾਰਾ ਹੋਵੇਗਾ ਤੁਹਾਡਾ। ਕੋਈ ਦੋ ਰਹਿ ਨਹੀਂ ਆ ਬਾਣੀ ਤੇ ਉਹ ਕਹਿਣ ਦੀ ਹੈ। ਜਿੱਦਣ ਪੈਨਸਲ ਘੜੀ ਗਈ ਮਾਇਆ ਨੂੰ ਕੱਟ ਦੋਗੇ, ਉਹਨਾਂ ਚਿਰ ਪੈਨਸਲ ਜਿੱਦਾਂ ਤਿੱਖਾ ਜਿਹੜਾ ਚਾਕੂ ਹੁੰਦਾ ਨਾ ਉਹੀ ਵੱਢਦਾ ਜੇ। ਨਹੀਂ ਤੇ ਉਹ ਚੀਜ਼ ਨੇ ਵੱਢਿਆ ਨਹੀਂ ਜਾਣਾ। ਰੱਸੀ ਨੂੰ ਵੱਢ ਕੇ ਵੇਖੋ, ਜਿਹੜੇ ਕੁੰਡੇ ਹੁੰਦੇ ਨਾ ਚਾਕੂ, ਉਹ ਤੇ ਵੱਢ ਨਹੀਂ ਸਕਦੇ। ਉਹਨਾਂ ਤੇ ਗਾਜਰ ਨਹੀਂ ਵੱਢਣੀ ਤੇ ਰੱਸੀ ਕਿੱਥੋਂ ਵੱਢਣੀ। ਬਿਲਕੁਲ। ਹਾਂ, ਇਸ ਕਰਕੇ ਆਪਣੀ ਬੁੱਧੀ ਨੂੰ ਤਿੱਖਾ ਕਰੋ ਤਾਂ ਜੋ ਇਹ ਵਿਵੇਕ ਬੁੱਧੀ ਅਗਿਆਨ ਨੂੰ, ਭਰਮ ਨੂੰ, ਅਵਿਦਿਆ ਨੂੰ ਕੱਟ ਦੇਵੇ। ਜਦੋਂ ਕੱਟ ਦੇਗੀ ਤੇ ਫਿਰ ਵੇਖ ਲਿਓ ਤੁਸੀਂ 6 ਮਹੀਨਿਆਂ ਬਾਅਦ ਮੈਨੂੰ ਖੁਦ ਹੀ ਕਹਿਣਾ, ਹਾਂ ਚਰਨਜੀਤ ਆ ਤੇ ਜੀਵਨ ਹੀ ਕੁਝ ਵੱਖਰਾ ਹੈ ਤੇ ਗੇਮ ਹੀ ਵੱਖਰੀ ਹੈ। ਉਹਦਾ ਪਹਿਲਾ ਜੀਵਨ ਸੀ, ਉਹ ਤੇ ਪਤਾ ਨਹੀਂ ਮੈਂ ਕਿੱਦਾਂ ਬਤੀਤ ਕਰ ਲਿਆ। ਅਸਲੀ ਜੀਵਨ ਤੇ ਮੈਨੂੰ ਹੁਣ ਪਤਾ ਲੱਗਾ। ਇਹਨੂੰ ਕਹਿੰਦੇ ਆ ਜੀਵਨ। ਜੀਣਾ ਇੱਕ ਕਲਾ ਹੈ, ਸਾਰਿਆਂ ਨੂੰ ਨਹੀਂ ਆਉਂਦੀ। ਬ੍ਰਹਮ ਗਿਆਨੀ ਇੰਨੇ ਹੈਗੇ ਸੀ, ਉਹਨਾਂ ਫਿਰ ਪੈਸੇ ਦੇ ਪਿੱਛੇ ਕਿਉਂ ਨਹੀਂ ਭੱਜੇ? ਕਿਉਂ ਨਹੀਂ ਪੈਸਾ ਇਕੱਠਾ ਕੀਤਾ? ਉਹਨਾਂ ਨੂੰ ਪਤਾ ਸੀ ਉਹ ਕਲਾ ਦਾ, ਕਿ ਉਹਨਾਂ ਨੇ ਆਤਮਾ ਨੂੰ ਲੱਭ ਲਿਆ ਸੀ। ਆਤਮਾ ਦੇ ਵਿੱਚ ਸਾਰੇ ਸੁੱਖ ਆ। ਜਿੱਦਣ ਤੁਸੀਂ ਆਤਮਾ ਨੂੰ ਸਪਰਸ਼ ਕਰ ਲਿਆ, ਬਾਹਰਲੀ ਖੇਰ ਸਟਾਪ ਹੋ ਜਾਏਗੀ ਆਟੋਮੈਟਿਕਲੀ। ਮਨ ਆਗੇ ਹੋ ਗਿਆ ਜੀ ਪਰਮਜੀਤ। ਉਹ ਹਾਂ ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ, ਬਹੁਤ ਹੋ ਗਿਆ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਮੇਰੇ ਪਿਤਾ ਆਪਨੇ ਸੰਗਤ ਸਾਨੂੰ ਬਖਸ਼ੀ ਹੈ, ਬਾਣੀ ਦਾ ਵੀ ਭਾਵ ਬਖਸ਼ਿਆ। ਮੇਰੇ ਪਿਤਾ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸਾਨੂੰ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੇ ਹਿਰਦੇ ਵਿੱਚ ਬਾਣੀ ਦਾ ਭਾਵ ਵਸਾਉਣਾ ਤਾਂ ਜੋ ਅਸੀਂ ਵਿਵੇਕ ਬੁੱਧੀ ਨੂੰ ਪ੍ਰਾਪਤ ਕਰੀਏ, ਇਸ ਭਵ ਸਾਗਰ ਤੋਂ ਪਾਰ ਲੰਘ ਜਾਈਏ। ਮੇਰੇ ਪਿਤਾ, ਇਹੋ ਸਾਡੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਵਾਹਿਗੁਰੂ।
ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ